ਗੁਰੂ ਸਾਹਿਬਾਨ ਦੇ ਫਲਸਫੇ ਨੂੰ ਚੜਾਉਣ ਵਾਲੇ, ਨੀਵਾਂ ਦਿਖਾਉਣ ਵਾਲੇ, ਹੇਠੀ ਕਰਨ ਵਾਲੇ, ਆਪਦੀਆਂ ਦਿਮਾਗੀ ਅਡਾਰੀਆਂ ਨਾਲ, ਚਾਹੇ ਉਹਨੂੰ ਕੋਈ ਕਾਮਰੇਡ ਕਹਿ ਲਓ, ਚਾਹੇ ਆਰਐਸਐਸ ਦਾ ਏਜੰਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਾਰਨ ਜਿਹੜਾ ਮਰਜ਼ੀ ਹੈ, ਜਿਹੜਾ ਸਿੱਖੀ ਤੋਂ ਉਲਟ ਚੱਲ ਰਿਹਾ, ਉਹ ਫਿਰ ਸਿੱਖ ਨਹੀਂ ਰਹਿੰਦਾ। ਕਾਮਰੇਡ ਉੱਠਦੇ ਆ, ਉਹ ਕਹਿੰਦੇ ਸਿੱਖੋ ਤੁਹਾਨੂੰ ਕੀ ਪਤਾ ਸਾਡੇ ਨਾਲੋਂ ਵਧੀਆ ਸਿੱਖ ਕੌਣ ਹੁੰਦਾ। ਉੱਪਰੋਂ ਹੋਰ ਗੱਲ ਕਰ ਦੇਣਗੇ, ਅਖੇ ਜੀ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਪਹਿਲੇ ਕਾਮਰੇਡ ਹੋਏ। ਕਾਮਰੇਡਾਂ ਦਾ ਇਹ ਹੈ। ਹਿੰਦੂ ਕਹਿੰਦੇ ਆ ਤੁਹਾਨੂੰ ਅਕਲ ਹੀ ਨਹੀਂ, ਸਿੱਖੋ ਅਸੀਂ ਦੱਸਾਂਗੇ ਤੁਹਾਨੂੰ ਸਿੱਖੀ ਕੀ। ਹਰ ਥਾਂ ਤੇ ਉੱਤੇ ਜਾ ਕੇ ਨਮਸਕਾਰ ਸੀਸ ਝੁਕਾਈ ਜਾਣੇ ਤੇ ਕਹਿਣਾ ਸਿੱਖ। ਜਿਹੜੇ ਆ ਕਲਾਕਾਰ ਟਾਈਪ ਲੋਕ ਹੁੰਦੇ ਆ, ਤੁਸੀਂ ਇਹਨਾਂ ਦੀ ਅਮਸਰ ਗੱਲ ਸੁਣਦੇ ਹੋ, ਕਲਾਕਾਰ ਦਾ ਕਿਹੜਾ ਕੋਈ ਧਰਮ ਹੁੰਦਾ ਜੀ, ਕਲਾਕਾਰ ਨੇ ਤਾਂ ਸਭ ਥਾਂ ਤੇ ਜਾਣਾ। ਇਹ ਗੱਲ ਲੋਕਾਂ ਕੋਲੋਂ ਸਿੱਖੀ ਛਡਾਉਣ ਵਾਲੀ ਗੱਲ ਆ। ਗੋਦੀ ਮੀਡੀਆ ਨੇ ਇਹ ਗੱਲ ਚਲਾਤੀ ਕਿ ਇਹਦਾ ਕੱਟੜਵਾਦ ਹੁੰਦਾ, ਜਾਣੀ ਕਿ ਜੇ ਕੋਈ ਸਿੱਖ ਆਪਦੇ ਧਰਮ 'ਚ ਪ੍ਰਪੱਕ ਵਾ, ਮਰਿਆਦਾ 'ਚ ਪ੍ਰਪੱਕ ਵਾ, ਉਹ ਕੱਟੜਵਾਦ ਆ। ਪਰ ਜੇ ਕੋਈ ਕਾਮਰੇਡ ਆਪਦੀ ਕਮਿਊਨਿਜ਼ਮ ਫਲਸਫੇ ਤੇ ਪ੍ਰਪੱਕ ਆ, ਉਹ ਬੜੀ ਵਧੀਆ ਗੱਲ ਆ। ਜੇ ਕੋਈ ਹਿੰਦੂ ਆਪਦੇ ਧਰਮ 'ਚ ਪ੍ਰਪੱਕ ਆ, ਉਹ ਬੜੀ ਵਧੀਆ ਗੱਲ ਆ। ਕੱਲੇ ਸਿੱਖਾਂ ਨੂੰ ਮੱਤਾਂ ਦਿੱਤੀਆਂ ਜਾ ਰਹੀਆਂ, ਲਿਬਰਲ ਬਣੋ ਕਿ ਐਵੇਂ ਬਹੁਤ ਸਾਰੇ ਬੰਦੇ ਬੜੇ ਵਿਦਵਾਨ, ਬੜੇ ਗੁਣਵਾਨ, ਅੰਮ੍ਰਿਤਧਾਰੀ, ਦਮਾਲੇ, ਪੱਗਾਂ, ਗਾਤਰੇ, ਐਵੇਂ ਨਾ ਹਰੇਕ ਨੂੰ ਮੰਨ ਲਿਆ ਕਰੀਏ। ਮੰਨਣਾ ਇਹ ਚਾਹੀਦਾ ਕਿ ਸਿੱਖੀ ਦੇ ਕਿਲੇ ਵਿੱਚ ਥਾਂ ਥਾਂ ਤੇ ਸੰਨ ਲਾਈ ਫਿਰਦਾ ਬ੍ਰਾਹਮਣਵਾਦ। ਜਿਹੜੀ ਮੇਲ ਮਿਲਾਪ ਹੋਇਆ ਨਾ ਆਰਐਸਐਸ ਤੇ ਬੀਜੇਪੀ ਦਾ ਨਾਲ, ਭਾਜਪਾ ਦੇ ਨਾਲ, ਇਹਨਾਂ ਦਾ, ਅਕਾਲੀਆਂ ਦਾ, ਬਾਦਲ ਕਿਆਂ ਦਾ, ਇਹਦਾ ਨਤੀਜਾ ਇਹ ਆ ਕਿ ਅੱਜ ਲੋਕ ਐਲਾਨੀਆ ਤੌਰ ਤੇ ਕਹਿਣ ਜੋਗੇ ਹੋ ਗਏ ਕਿ ਅਸੀਂ ਹਾਂ ਹੈਗੇ ਆ ਜੀ ਆਰਐਸਐਸ ਦੇ ਏਜੰਟ, ਦੱਸੋ ਕੀ ਕਰਨਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਿਹੰਗ ਆ, ਨਕਲੀ ਨਿਹੰਗ, ਉਹਨੇ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਜਜ਼ਬਾਤ ਨੂੰ ਹੇਠੀ ਕਰਨ ਵਾਲੀਆਂ ਵੀਡੀਓ ਜਾਂ ਪੋਸਟਾਂ ਲਗਾਤਾਰ ਪਾਈਆਂ। ਉਪਰੰਤ ਆਰਐਸਐਸ ਦੇ ਏਜੰਡੇ ਤਹਿਤ ਬਹੁਤ ਕੁਝ ਬੋਲਿਆ। ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦੇ ਉੱਤੇ ਬ੍ਰਾਹਮਣਵਾਦੀ ਰੰਗ ਚਾੜਨ ਵਾਲੀਆਂ ਲਗਾਤਾਰ ਵੀਡੀਓ ਜਾਂ ਪੋਸਟਾਂ ਕਰਨ ਵਾਲਾ ਇਹ ਜਿਹੜਾ ਨਕਲੀ ਨਿਹੰਗ ਸੀ, ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਮ ਸਿੱਖ ਜਗਤ ਵੱਲੋਂ ਕਾਫੀ ਜ਼ਿਆਦਾ ਨਿੰਦਿਆ ਭੰਡਿਆ ਜਾਂਦਾ ਰਿਹਾ, ਵਿਰੋਧ ਹੁੰਦਾ ਰਿਹਾ। ਆਖਰ ਪਰਸੋਂ ਚੌਥੇ ਉਹਨੇ ਇੱਕ ਵੀਡੀਓ ਬਣਾਈ ਤੇ ਕਿਹਾ ਕਿ ਤੁਸੀਂ ਮੇਰੀ ਗੱਲ ਨਹੀਂ ਸੁਣਦੇ, ਮੇਰੀ ਗੱਲ ਨਹੀਂ ਮੰਨਦੇ, ਮੈਨੂੰ ਤੁਸੀਂ ਆਰਐਸਐਸ ਦਾ ਬੰਦਾ ਮੰਨਦੇ ਹੋ, ਚਲੋ ਜੀ ਹੁਣ ਮੈਂ ਆਰਐਸਐਸ ਵਿੱਚ ਚੱਲਿਆ। ਉਸ ਤੋਂ ਬਾਅਦ ਚ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਹਿਰੂਪੀਆ ਐਲਾਨਿਆ ਹੋਇਆ ਰਸੂਲਪੁਰੀ ਨਾਂ ਦਾ ਨਕਲੀ ਨਿਹੰਗਾ, ਉਹਦੇ ਨਾਲ ਇੱਕ ਭਗਵੇਂ ਝੰਡੇ ਵਾਲੀ, ਭਗਵੇਂ ਏਜੰਡੇ ਵਾਲੀ ਕਿਸੇ ਥਾਂ ਤੇ, ਹਿੰਦੂਆਂ ਦੇ ਕਿਸੇ ਸਥਾਨ ਤੇ ਇੱਕ ਬੀਬੀ ਜੀ ਆ, ਉਹਦੇ ਕੋਲੋਂ ਆਪਦਾ ਉਹ ਜਿਹੜਾ ਬ੍ਰਾਹਮਣਵਾਦੀ ਕਰਮਕਾਂਡ ਜੇ ਆ ਉਹ ਕਰਵਾ ਰਿਹਾ। ਇਹ ਜਿਹੜਾ ਘਟਨਾਕ੍ਰਮ ਆ ਦੇਖਣ ਨੂੰ ਐਵੇਂ ਹਲਕਾ ਜਿਹਾ ਸ਼ੋਧਾਪਣ ਜਿਹਾ ਦੇਖਣ ਨੂੰ ਲੱਗ ਸਕਦਾ ਵੀ ਇਹ ਤੇ ਕੀ ਗੱਲ ਕਰਨੀ ਹੋਈ, ਪਰ ਇਸ ਗੱਲ ਦਾ ਬੜਾ ਵੱਡਾ ਇੱਕ ਅਰਥ ਵਾ। ਹੁਣ ਤੋਂ ਪਹਿਲਾਂ ਸਿੱਖ ਜਗਤ ਨੂੰ ਪਤਾ ਹੈ, ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਕੌਮ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਆਰਐਸਐਸ ਦੇ ਏਜੰਟ, ਕੇਸਾਧਾਰੀ ਹਿੰਦੂ, ਸਨਾਤਨੀ ਸਿੱਖ ਜਾਂ ਇਹੋ ਜਿਹੇ ਬੰਦੇ ਸਰਗਰਮ ਨੇ ਜਿਹੜੇ ਸਿੱਖੀ ਦਾ ਹਿੰਦੂਕਰਨ ਕਰਨ ਵਾਲੇ ਏਜੰਡੇ ਦੇ ਉੱਤੇ ਚੱਲ ਰਹੇ। ਪਰ ਇਹਨਾਂ ਵਿੱਚੋਂ ਕਿਸੇ ਨੇ ਵੀ ਐਲਾਨ ਕਰਕੇ ਇਸ ਨਕਲੀ ਨਿਹੰਗ ਵਾਂਗੂ ਨਹੀਂ ਸੀ ਕਿਹਾ ਕਿ ਮੈਂ ਆਰਐਸਐਸ ਵਿੱਚ ਚੱਲਿਆ। ਅਸਲ ਵਿੱਚ ਤਾਂ ਆਰਐਸਐਸ ਵਿੱਚ ਉਹ ਪਹਿਲਾਂ ਹੀ ਹੋਣਾ ਤੇ ਐਲਾਨ ਉਹਨੇ ਹੁਣ ਕੀਤਾ ਕਿ ਮੈਂ ਚੱਲਿਆ। ਦੂਜੀ ਗੱਲ, ਇਸ ਤੋਂ ਪਹਿਲਾਂ ਜਦੋਂ ਕਿਸੇ ਸਿੱਖ ਬਾਰੇ ਇਹ ਚਰਚਾ ਛਿੜਦੀ ਸੀ ਕਿ ਇਹ ਆਰਐਸਐਸ ਦਾ ਏਜੰਟ ਵਾ, ਤਾਂ ਉਹ
ਇਸ ਗੱਲ ਤੇ ਬੜਾ ਇਤਰਾਜ਼ ਕਰਕੇ ਕਿ ਨਹੀਂ ਨਹੀਂ ਜੀ ਮੇਰੇ ਤੇ ਦੋਸ਼ ਲੱਗ ਰਿਹਾ, ਇਹ ਗਲਤ ਗੱਲ ਆ, ਮੈਂ ਤਾਂ ਸਿੱਖ ਹਾਂ, ਮੇਰੀਆਂ ਗੱਲਾਂ ਜਿਹੜੀਆਂ ਨੇ ਉਹਦੇ ਨਾਲ ਤੁਹਾਡੀ ਜਿਹੜੀ ਆ ਵਖਰੇਵਾਂ ਹੋ ਸਕਦਾ, ਮੈਂ ਹੋਰ ਤਰੀਕੇ ਨਾਲ ਗੱਲਾਂ ਕਰਦਾ ਵਾਂ, ਪਰ ਇਹ ਨਹੀਂ ਕਿ ਮੈਂ RSS ਦਾ ਏਜੰਟ ਹਾਂ। ਇਸ ਤਰੀਕੇ ਦੀ ਗੱਲ ਹੋਇਆ ਕਰਦੀ ਸੀ। ਹੁਣ ਇਹ ਸਮਝੋ ਕਿ ਇਹ ਪਹਿਲਾ ਨਹੀਂ, ਹੁਣ ਇਹ ਤੋਂ ਅੱਗੇ ਇੱਕ ਲਾਮਡੋਰੀ ਵੀ ਚੱਲ ਸਕਦੀ ਆ ਕਿ ਲਗਾਤਾਰ ਇਹੋ ਜਿਹੇ ਬੰਦੇ ਖੜੇ ਕੀਤੇ ਜਾਣ ਜਿਹੜੇ ਕਹਿਣ ਕਿ ਹਾਂ ਫਿਰ ਅਸੀਂ ਹੈਗੇ ਹਾਂ RSS ਨਾਲ। ਤੀਜੀ ਗੱਲ ਇਹ ਕਿ ਇਸ ਬੰਦੇ ਨੂੰ ਇੱਕ ਤਰੀਕੇ ਨਾਲ ਸ਼ਾਬਾਸ਼ੇ ਤੇ ਧੰਨਵਾਦ ਕਰੀਏ ਕਿ ਇਹਨੇ ਐਲਾਨ ਤਾਂ ਕੀਤਾ ਕਿ ਮੈਂ RSS ਦੇ ਏਜੰਟ ਵਜੋਂ ਸਰਗਰਮ ਸਾਂ ਜਾਂ ਮੈਂ ਹਾਂ। ਜਿਹੜੇ ਹੋਰ ਬਹੁਤ ਸਾਰੇ ਲੋਕ RSS ਦਾ ਕੰਮ ਕਰ ਰਹੇ ਨੇ ਸਾਡੀ ਕੌਮ ਦੇ ਵਿੱਚ, ਕਈ ਗੁਰਦੁਆਰਾ ਕਮੇਟੀਆਂ ਦੇ ਵਿੱਚ ਨੇ, ਕਈ ਵੱਡੇ ਅਹੁਦਿਆਂ ਤੇ ਨੇ, ਕਈ ਆਮ ਜਨ ਸੁਧਾਰਨ ਦੇ ਵਿੱਚ, ਕਈ ਮਾਸਟਰ, ਕਈ ਡਾਕਟਰ, ਹਰੇਕ ਥਾਂ ਦੇ ਉੱਤੇ ਉਹਨਾਂ ਦੀ ਘੁਸਪੈਠ ਆ ਔਰ ਇਹ ਗੱਲ ਕੋਈ ਲੁਕੀ ਛਿਪੀ ਨਹੀਂ। RSS ਦਾ ਏਜੰਟ ਕੌਣ ਹੁੰਦਾ? RSS ਦਾ ਏਜੰਟ ਬਣਨ ਲਈ ਕੋਈ ਸਰਟੀਫਿਕੇਟ ਜਾਂ ਕੋਈ ਮੋਹਰ ਲੱਗ ਕੇ ਨਹੀਂ ਉੱਥੋਂ ਕੋਈ ਆਉਣਾ ਵੀ ਇਦਾਂ ਹੋ ਗਿਆ, ਇਹ ਕੋਈ ਇਦਾਂ ਦੀ ਗੱਲ ਨਹੀਂ ਹੈ। ਗੁਰੂ ਸਾਹਿਬਾਨ ਨੇ ਜੋ ਸਾਨੂੰ ਫਲਸਫਾ ਬਖਸ਼ਿਆ, ਜੋ ਪਹਿਲੀ ਪਾਤਸ਼ਾਹੀ ਤੋਂ 10ਵੇਂ ਪਾਤਸ਼ਾਹੀ ਤੱਕ ਦਾ ਇਤਿਹਾਸ ਹੈ, ਉਸ ਤੋਂ ਅੱਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਜੋ ਸਾਨੂੰ ਹੁਕਮ ਹਾਸਲ ਹੋਇਆ, ਜੋ ਸਾਡੀ ਮਰਿਆਦਾ ਹੈ, ਜੋ ਸਾਡੇ ਸੰਕਲਪ ਨੇ, ਜੋ ਸਾਡੇ ਸਿਧਾਂਤ ਨੇ, ਇਹ ਸਾਰੇ ਕਾਸੇ ਉੱਤੇ ਪਹਿਰਾ ਦੇਣਾ, ਇਹ ਸਾਰੇ ਕਾਸੇ ਦੇ ਵਿੱਚ ਆਸਥਾ ਰੱਖਣੀ, ਇਹ ਇੱਕ ਸਿੱਖ ਦਾ ਕੰਮ ਹੈ। ਤੇ ਸਿੱਖ, ਜਦੋਂ ਅਸੀਂ ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਪੜ੍ਹਦੇ ਹਾਂ, ਉੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਇੱਕ ਨਾਨਕ ਨਾਮ ਲੇਵਾ ਅੱਖਰ ਆਉਂਦਾ, ਉਹ ਸਾਰੇ ਲੋਕ ਜਿਹੜੇ ਖੰਡੇ ਬਾਟੇ ਦੀ ਪੌਲ ਤੋਂ ਵਿਰਵੇ ਨੇ, ਅੰਮ੍ਰਿਤਧਾਰੀ ਨਹੀਂ ਹੈਗੇ, ਪਰ ਬਾਕੀ ਚੀਜ਼ਾਂ ਸਾਰੀਆਂ ਉਹਨਾਂ ਨੂੰ ਮੰਨਣੀਆਂ ਪੈਂਦੀਆਂ ਨੇ। ਕੇਸ ਰੱਖਣੇ ਤੇ ਉਸ ਤੋਂ ਅਗਲੀ ਗੱਲ, ਸਾਬਤ ਸੂਰਤ ਰਹਿੰਦਿਆਂ ਹੋਇਆਂ ਤੰਬਾਕੂ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਨਹੀਂ ਕਰ ਸਕਦੇ, ਇਹਨਾਂ ਨੂੰ ਨਾਨਕ ਨਾਮ ਲੇਵਾ ਸ਼ਬਦ ਰਾਹੀਂ ਸੰਬੋਧਨ ਕੀਤਾ ਜਾਂਦਾ। ਸੋ ਨਾਨਕ ਨਾਮ ਲੇਵਾ ਲੋਕ ਵੀ ਸਿੱਖ ਨੇ, ਅੰਮ੍ਰਿਤਧਾਰੀ ਸਿੱਖ, ਫਿਰ ਖਾਲਸਾ ਆ ਜਾਂਦਾ, ਅਕਾਲੀ ਆ ਜਾਂਦਾ। ਇਹ ਸਾਰੇ ਕਾਸੇ ਦੇ ਉੱਤੇ ਸਰਦਾਰ ਕਪੂਰ ਸਿੰਘ ਬਹੁਤ ਵਿਸਥਾਰ ਦੇ ਨਾਲ ਲਿਖ ਚੁੱਕੇ ਆ। ਤੇ ਹਰ ਕੌਮ ਜਾਂ ਹਰ ਧਰਮ 'ਚ ਅਲੱਗ-ਅਲੱਗ ਕਲਾਸਾਂ ਹੁੰਦੀਆਂ ਨੇ, ਉਵੇਂ ਸਾਡੇ 'ਚ ਵੀ ਅਸੀਂ ਮੋਟੇ ਤੌਰ ਤੇ ਸਾਰਿਆਂ ਨੂੰ ਸਿੱਖ ਕਹਿੰਦੇ ਹਾਂ। ਕੋਈ ਵੀ ਸਿੱਖ ਜਿਹੜਾ ਆਪਣੇ ਧਰਮ, ਆਪਣੇ ਫਲਸਫੇ, ਆਪਣੇ ਸਿਧਾਂਤਾਂ, ਆਪਣੀ ਮਰਿਆਦਾ ਤੋਂ ਉਲਟ ਚੱਲਦਿਆਂ ਹੋਇਆਂ ਉਹ ਸਾਰਾ ਕੁਝ ਕਰੇ ਜਿਹਦੇ ਬਾਰੇ ਗੁਰੂ ਸਾਹਿਬਾਨ ਸਖਤੀ ਨਾਲ ਇਨਕਾਰ ਕਰਕੇ, ਮਨਾ ਕਰਕੇ ਸਾਨੂੰ ਕਹਿ ਕੇ ਗਏ ਆ ਵੀ ਮੈਂ 10ਵੇਂ ਪਾਤਸ਼ਾਹ ਦੇ ਫਰਮਾਨ ਨੇ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀ। ਹੁਣ ਜਿਸ ਚੀਜ਼ ਨੂੰ ਕਲਗੀਧਰ ਪਿਤਾ ਵਿਪਰਨ ਕੀ ਰੀਤ ਕਹਿ ਕੇ ਸਾਨੂੰ ਮਨਾ ਕਰਦੇ ਹੈ, ਸਾਨੂੰ ਤੋਂ ਭਾਵ ਉਹ ਜਦੋਂ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਦਾ ਇਤਿਹਾਸ, ਜਦੋਂ ਉੱਥੇ ਪੁੱਛਿਆ, ਸਵਾਲ ਆਇਆ ਮਾਤਾ ਜੀ ਵੱਲੋਂ, ਤਾਂ ਸਾਡੇ ਵਡੇਰੇ ਸਿੱਖ ਜਗਤ, ਸਿੱਖ ਕੌਮ, ਸਿੱਖ ਸੰਗਤ, ਉਹਨਾਂ ਵੱਲ ਹੀ ਇਸ਼ਾਰਾ ਕਰਕੇ ਸ਼ਹਿਨਸ਼ਾਹ ਨੇ ਫਰਮਾਇਆ ਸੀ ਨਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁਤ ਚਾਰ, ਚਾਰ ਬੂਏ ਤੋਂ ਕਿਆ ਹੋਊ, ਜੀਵਤ ਕਈ ਹਜ਼ਾਰ। ਸੋ ਆਪਾਂ ਸਾਰੇ ਕਲਗੀਧਰ ਪਾਤਸ਼ਾਹ ਦੇ ਪੁੱਤ ਵਾਂ, ਕਲਗੀਧਰ ਸ਼ਹਿਨਸ਼ਾਹ ਦੇ ਪੁੱਤ ਵਾਂ। ਤੇ ਪੁੱਤ ਦੇ ਬਾਰੇ ਕਿਹਾ ਜਾਂਦਾ ਵੀ ਪੁੱਤ, ਕਪੁੱਤ ਤੇ ਸਪੁੱਤ। ਪੁੱਤ ਉਹ ਹੈ ਜਿਹੜਾ ਆਪਦੇ ਪਿਓ ਦੀ ਕਮਾਈ ਨੂੰ ਸਥਿਰ ਰੱਖੇ ਵੀ ਮੈਂ ਇੰਨੇ ਜੋਗਾ ਤਾਂ ਹੈ ਨਹੀਂ ਕਿ ਵਾਧਾ ਕਰ ਦੇਵਾਂ, ਪਰ ਮੈਂ ਇਹਦੇ ਉਲਟ ਜਾਂ ਇਹ ਤੋਂ ਪਿੱਛੇ ਨਹੀਂ ਜਾਣ ਦਿਆਂ, ਉਹ ਪੁੱਤ ਹੋ ਜਾਂਦਾ। ਸਪੁੱਤ ਉਹਨੂੰ ਕਹਿੰਦੇ ਆ ਜਿਹੜਾ ਪਿਓ ਦੀ ਕਮਾਈ ਨੂੰ, ਪਿਓ ਦੀ ਸ਼ਾਨ ਨੂੰ ਹੋਰ ਵਧਾਵੇ, ਬੱਲੇ ਬੱਲੇ ਕਰ ਛੱਡੀ ਆ ਜੀ। ਤੇ ਕਪੁੱਤ ਉਹ ਹੁੰਦੇ ਆ ਜਿਹੜੇ ਪਿਓ ਦੀ ਕੀਤੀ ਕਤਰੀ ਉੱਤੇ ਸਵਾਹ ਪਾ ਦੇਣ। ਜੇ ਆਪਾਂ ਬਾਹਰਲੀਆਂ ਉਦਾਹਰਨਾਂ ਨੂੰ
ਛੱਡ ਕੇ ਗੁਰੂ ਸਾਹਿਬਾਨ ਦੇ ਪਰਿਵਾਰਾਂ ਵੱਲ ਨੂੰ ਤੁਰ ਪਈਏ ਤਾਂ ਸਾਡੇ ਸਾਹਮਣੇ ਬੇਅੰਤ ਇਹੋ ਜਿਹੇ ਕਿਰਦਾਰ ਜਾਂ ਪਾਤਰ ਸਾਹਮਣੇ ਆ 10 ਪਾਤਸ਼ਾਹੀਆਂ ਦੇ ਪਰਿਵਾਰਾਂ ਚੋਂ, ਘਰਾਂ ਚੋਂ, ਜਿਨ੍ਹਾਂ ਨੂੰ ਆਪਾਂ ਪੁੱਤ ਕਹਿ ਸਕਦੇ ਹਾਂ, ਕਿ ਜੇ ਇਹਨਾਂ ਨੇ ਆਪਦੇ ਪਿਓ ਦੀ ਕੀਰਤੀ ਨੂੰ ਵਧਾਇਆ ਨਹੀਂ ਤਾਂ ਘਟਾਇਆ ਵੀ ਨਹੀਂ। ਹੈਗੇ ਆ ਪਾਤਰ। ਤੇ ਸਾਡੇ ਸਾਹਮਣੇ ਸਪੁੱਤ ਵੀ ਨੇ ਵੀ ਆਪਦੇ ਪਿਓ ਦੀ ਜਿਹੜਾ ਗੁਰੂ ਪਿਤਾ ਸੀ ਉਸ ਤੋਂ ਅੱਗੇ ਗੱਲ ਨੂੰ ਵਧਾਇਆ। ਹੁਣ ਆਪਾਂ 6ਵੇਂ ਪਾਤਸ਼ਾਹ ਦੀ ਗੱਲ ਕਰੀਏ ਤਾਂ 5ਵੇਂ ਪਾਤਸ਼ਾਹ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ। ਤੇ 5ਵੇਂ ਪਾਤਸ਼ਾਹ ਨੇ ਸ਼ਹਾਦਤ ਦਿੰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਰਚਨਾ ਕਰਦਿਆਂ ਹੋਇਆਂ, ਚੌਥੇ ਪਾਤਸ਼ਾਹ ਦੀ ਆਪਦੇ ਪਿਤਾ ਦੀ ਆਸਥਾ ਨੂੰ, ਗੱਲ ਨੂੰ ਹੋਰ ਵਧਾਇਆ। ਇਵੇਂ ਹੀ ਹੋਰ ਅੱਗੇ ਤੁਰੀਏ ਤਾਂ 6ਵੇਂ ਪਾਤਸ਼ਾਹ ਦੇ ਪਰਿਵਾਰ ਚੋਂ ਪਿਤਾ 6ਵੇਂ ਪਾਤਸ਼ਾਹ ਨੇ ਤੇ ਪੁੱਤਰ 9ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ। ਉਹਨਾਂ ਨੇ ਵੀ ਆਪਣੇ ਪਿਤਾ, ਆਪਦੇ ਖਾਨਦਾਨ, ਸਿੱਖ ਕੌਮ ਦੇ ਸ਼ਾਨ ਨੂੰ ਵਧਾਇਆ। ਤੇ 10ਵੇਂ ਪਾਤਸ਼ਾਹ ਨੇ ਜਿੱਥੇ ਆਪ ਤੇ ਗਾਹਾਂ ਉਹਨਾਂ ਦੇ ਸਪੁੱਤਰਾਂ ਨੇ, ਚਾਰੇ ਸਾਹਿਬਜ਼ਾਦਿਆਂ ਨੇ ਵੀ ਰੱਖ ਵਿਖਾਈ। ਸੋ ਇੱਥੇ ਆਪਾਂ ਇਹਨਾਂ ਨੂੰ ਸਪੁੱਤਰ ਕਹਿ ਸਕਦੇ ਹਾਂ। ਪੁੱਤ ਤੇ ਸਪੁੱਤ ਫਿਰ ਕਪੁੱਤ ਹੋ ਜਾਂਦੇ ਆ। ਗੁਰੂ ਪਰਿਵਾਰਾਂ 'ਚ ਜਨਮ ਲੈ ਕੇ ਗੁਰੂ ਪਰਿਵਾਰਾਂ ਦੇ ਨਾਲ ਹੀ ਧਰੋਹ ਕਮਾਉਣ ਵਾਲੇ ਬੜੇ ਨੇ। ਬੜਿਆਂ ਦੀ ਗੱਲ ਆਉਂਦੀ ਆ ਜਦੋਂ ਅਸੀਂ ਅਰਦਾਸ ਜਾਂ ਮਰਿਆਦਾ ਪੜ੍ਹਦੇ ਆ, ਉੱਥੇ ਲਿਖਿਆ ਹੋਇਆ ਰਾਮ ਰਈਏ ਧੀਰ ਮੱਲੀਏ। ਹੁਣ ਪਿਰਥੀ ਚੰਦ ਵਰਗੇ ਹੈ ਤਾਂ ਗੁਰੂ ਘਰਾਂ ਚੋਂ ਹੀ ਸੀ, ਗੁਰੂ ਪਰਿਵਾਰਾਂ ਚੋਂ ਸੀ। ਸੋ ਗੁਰੂ ਦੇ ਘਰੇ ਜਨਮ ਲੈਣ ਨਾਲ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਸਿੱਖ ਨੂੰ ਕਿ ਮੈਂ ਗੁਰੂ ਦਾ ਪੁੱਤ ਵਾਂ ਤੇ ਮੈਂ ਤਾਂ ਜੋ ਕਰਾਂ ਠੀਕ ਹੀ ਆ। ਗੁਰੂ ਦੇ ਘਰੇ ਜਨਮ ਲੈਣ ਵਾਲਾ ਵੀ ਜੇ ਗੁਰੂ ਦੀ ਮਰਿਆਦਾ ਤੇ ਨਹੀਂ ਹੈ ਤਾਂ ਦੁਨਿਆਵੀ ਤੌਰ ਤੇ ਪਿਤਾ ਤੇ ਪੁੱਤ ਦਾ ਸੰਬੰਧ ਜ਼ਰੂਰ ਹੋ ਸਕਦਾ, ਪਰ ਉਹ ਪੁੱਤ ਜਿਹੜਾ ਹੈ ਉਹ ਦੁਨਿਆਵੀ ਤੌਰ ਤੇ ਜੋ ਉਹਨੂੰ ਮਰਜ਼ੀ ਮਾਣ ਸਨਮਾਨ ਮਿਲੀ ਜਾਵੇ, ਪਰ ਜਿਹੜਾ ਗੁਰੂ ਦੀ ਗੱਲ ਤੇ ਨਹੀਂ ਪਹਿਰਾ ਦਿੰਦਾ ਫਿਰ ਉਹਦਾ ਹੱਕਦਾਰ ਨਹੀਂ ਹੈ। ਸਿੱਖੀ ਹਰੇਕ ਨੂੰ ਕਮਾਉਣੀ ਪਈ ਆ, ਚਾਹੇ ਗੁਰੂਆਂ ਦਾ ਪੁੱਤ ਹੋਵੇ, ਹਰੇਕ ਨੂੰ ਕਮਾਉਣੀ ਪੈਣੀ। ਸਾਡੇ ਧਰਮ ਦੀ ਖਾਸੀਅਤ ਹੀ ਇਹ ਆ ਕਿ ਸਿੱਖ ਪਰਿਵਾਰ 'ਚ ਜਨਮ ਲੈਣ ਨਾਲ ਨਹੀਂ ਇਕੱਲਾ ਸਿੱਖ ਬਣ ਜਾਈਦਾ। ਸਿੱਖੀ ਸਿੱਖਣੀ ਵੀ ਪੈਂਦੀ ਆ, ਸਿੱਖੀ ਕਮਾਉਣੀ ਵੀ ਪੈਂਦੀ ਆ। ਬੇਅੰਤ ਇਹੋ ਜਿਹੀਆਂ ਉਦਾਹਰਨਾਂ ਮਿਲ ਜਾਣਗੀਆਂ ਜਦੋਂ ਕਿਸੇ ਦਾ ਪਿਓ ਕਿਸੇ ਹੋਰ ਧਰਮ 'ਚ ਜੰਮਿਆ, ਵੱਡਿਆ ਹੋਇਆ, ਪਲਿਆ ਹੋਇਆ, ਪਰ ਉਹਦਾ ਜਿਹੜਾ ਪੁੱਤ ਸੀ ਉਹ ਫਿਰ ਸਿੱਖ ਸੱਜ ਗਿਆ ਤੇ ਸਿੱਖੀ ਦੀ ਸ਼ਾਨ ਵਧਾਈ। ਪਿਓ ਦੀ ਗੱਲ ਆਪਦੀ ਥਾਂ ਤੇ ਹੈ, ਪਰ ਉਸ ਪੁੱਤ ਨੂੰ ਸਿੱਖੀ ਕਮਾਉਣੀ ਪਈ ਤੇ ਪੁੱਤ ਦੇ ਗਾਹਾਂ ਪੁੱਤ ਨੂੰ ਵੀ ਸਿੱਖੀ ਕਮਾਉਣੀ ਪਈ। ਬੇਅੰਤ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਬਾਰੇ ਅੱਜ ਦੇ ਦੌਰ ਵਿੱਚ ਜੇ ਖੋਜ ਕਰੇ ਕੋਈ ਬੰਦਾ ਤਾਂ ਉਹ ਦੇਖ ਸਕਦਾ ਕਿ ਇਸੇ ਪਰਿਵਾਰ ਦੇ ਵੱਡੇ ਵਡੇਰੇ ਨੇ ਫਲਾਣੇ ਇਤਿਹਾਸਕ ਘਟਨਾਕ੍ਰਮ ਦੇ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਤੇ ਅੱਜ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਰਿਹਾ ਸੀ, ਉਸ ਮੌਕੇ ਜਿਹੜੀ ਤਿੱਕੜੀ ਦਿੱਲੀ ਤੋਂ ਸਾਰੀ ਚੀਜ਼ ਨੂੰ ਡਿਕਟੇਟ ਕਰ ਰਹੀ ਸੀ, ਅਰੁਣ ਸਿੰਘ, ਅਰੁਣ ਨਹਿਰੂ, ਰਾਜੀਵ ਗਾਂਧੀ, ਇਸ ਮੌਕੇ ਲੋਕਾਂ 'ਚ ਚਰਚਾ ਛਿੜੀ ਰਹੀ ਹੈ ਕਿ ਕਪੂਰਥਲਾ ਰਿਆਸਤ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਵਾਲੀ ਰਿਆਸਤ, ਉਸ ਰਿਆਸਤ ਦਾ ਅੱਜ ਦਾ ਜਿਹੜਾ ਨੁਮਾਇੰਦਾ ਜਾਂ ਅੱਜ ਦਾ ਜਿਹੜਾ ਉਹਨਾਂ ਦਾ ਪ੍ਰਤੀਨਿਧ ਵਾ, ਉਹ ਉੱਥੇ ਦਿੱਲੀ ਦਰਬਾਰ ਦੀਆਂ ਉਹਨਾਂ ਗਲਤ ਹਰਕਤਾਂ ਦਾ ਹਿੱਸੇਦਾਰ ਸੀ। ਇਵੇਂ ਹੀ ਹੋਰ ਬੇਅੰਤ ਇਹੋ ਜਿਹੇ ਇਤਿਹਾਸਕ ਪਾਤਰ ਨੇ ਜਿਨ੍ਹਾਂ ਉੱਤੇ ਸਿੱਖ ਕੌਮ ਮਾਣ ਕਰਦੀ ਹੈ, ਪਰ ਉਹਨਾਂ ਦੇ ਅੱਜ ਵਾਲੇ ਵਾਰਸ, ਅੱਜ ਜਿਹੜਾ ਉਹਨਾਂ ਦੇ ਖਾਨਦਾਨ ਚੋਂ ਉਹ ਉਵੇਂ ਉਸ ਥਾਂ ਤੇ ਨਹੀਂ ਖੜਾ। ਸੋ ਇਹ ਗੱਲ ਦੱਸਣ ਦਾ ਭਾਵ ਇਹ ਹੈ ਕਿ ਐਵੇਂ ਕਿਸੇ ਦਾ ਖਾਨਦਾਨ ਦੇਖ ਕੇ ਜੀ ਇਹ ਫਲਾਨਿਆਂ ਦਾ ਫਲਾਨਾ ਸਰਟੀਫਿਕੇਟ ਵੰਡੀ ਜਾਣੇ ਵੀ ਸਿੱਖ ਹੀ ਆ, ਏਦਾਂ ਸਿੱਖ ਨਹੀਂ ਹੁੰਦਾ। ਇਵੇਂ ਹੀ ਇੱਥੇ ਤਾਂ ਗੁਰੂਆਂ ਦੇ ਪੁੱਤਾਂ ਤੋਂ ਨਹੀਂ ਗੱਲ ਤੇ ਖੜਿਆ ਗਿਆ, ਆਮ ਬੰਦੇ ਦੀ ਤਾਂ ਗੱਲ ਬੜੀ ਦੂਰ। ਇਵੇਂ ਹੀ ਕਿਸੇ ਦਾ ਬਾਣਾ ਦੇਖ ਕੇ ਵੀ ਆਹ ਟਕਸਾਲ 'ਚ ਪੜਿਆ, ਐਵੇਂ ਥੋੜੀ ਆ। ਆ ਜੀ ਨਿਹੰਗ ਸਿੰਘਾਂ 'ਚ ਰਿਹਾ, ਦੇਖੋ ਬਾਣਾ ਦੇਖੋ। ਅੱਜ ਇਸ ਨੌਜਵਾਨ ਨਕਲੀ ਨਿਹੰਗ ਨੇ ਇਹ ਗੱਲ ਤਾਂ ਚੰਗੀ ਤਰ੍ਹਾਂ ਸਾਰਿਆਂ ਦੇ ਸਾਹਮਣੇ ਕਰਤੀ ਨਾ, ਜਿਹੜੇ ਸਾਡੇ ਵਰਗਿਆਂ ਨਾਲ ਬਹਿਸਦੇ ਹੁੰਦੇ ਆ ਕਿ ਐਡਾ ਬਾਣਾ ਪਾਇਆ ਹੋਇਆ। ਮੈਂ ਗਰੰਟੀ ਦਿੰਦਾ ਇਹੋ ਜਿਹੇ ਲੋਕਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਕੰਠ ਕਰੀ ਫਿਰਦੇ ਆ, ਬੜੀ ਬਾਣੀ ਕੰਠ ਆ, ਪਰ ਬੋਲੀ RSS ਦੀ ਬੋਲਦੇ, ਬ੍ਰਾਹਮਣਵਾਦ ਦੀ ਬੋਲੀ ਬੋਲਦੇ। ਬ੍ਰਾਹਮਣਵਾਦ ਦੀ ਬੋਲੀ, ਵਿਪਰ ਦੀ ਬੋਲੀ ਬੋਲਣ ਵਾਲੇ, 10ਵੇਂ ਪਾਤਸ਼ਾਹ ਦੇ ਹੁਕਮਾਂ ਨੂੰ ਸ਼ਰੇਆਮ ਚੈਲੰਜ ਕਰਨ ਵਾਲੇ
ਜਿੰਨੇ ਮਰਜ਼ੀ ਗਿਆਨਵਾਨ ਹੋਣ ਜੀ, ਦੇਵੀ ਜਾਵੇ ਉਹਨਾਂ ਨੂੰ ਬ੍ਰਾਹਮਣਵਾਦ ਜਾਂ ਹਿੰਦੂ ਤਵੀ ਨਿਜ਼ਾਮ ਵੱਡੇ ਵੱਡੇ ਰੁਤਬੇ ਗੋਲਡ ਮੈਡਲ ਦੇ ਕੇ ਜੋ ਮਰਜ਼ੀ ਉਹਨਾਂ ਨੂੰ ਬੜਾਈ ਫਿਰੇ, ਪਰ ਸਿੱਖ ਹੋਣਾ ਹੋਰ ਚੀਜ਼ ਹੈ। ਸਿੱਖੀ ਦੇ ਵਿੱਚ ਮਲਕ ਭਾਗੋ ਪ੍ਰਵਾਨ ਨਹੀਂ ਹੈ, ਸਿੱਖੀ ਦੇ ਵਿੱਚ ਭਾਈ ਲਾਲੋ ਪ੍ਰਵਾਨ। ਇੱਥੇ ਤਾਂ ਕਮਾਈ ਦੀ ਸਿਫਤ ਹੁੰਦੀ ਆ। ਜਦੋਂ ਆਪਾਂ ਅਰਦਾਸ ਕਰਦੇ ਆ, ਆਪਾਂ ਇਹ ਥੋੜੀ ਕਹਿੰਦੇ ਆ ਕਿ ਫਲਾਣੇ ਫਲਾਣੇ ਸਿੰਘ ਨੂੰ ਉਹਦੀ ਕਰਕੇ ਨਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ, ਕਮਾਈ ਜਿਹੜੀ ਕਮਾਈ ਆ, ਸੋ ਸਿੱਖ ਹੋ ਕੇ ਕਮਾਈ ਕਰਨੀ ਪੈਂਦੀ ਹੈ। ਹੁਣ ਜਿਹੜਾ ਸਿੱਖੀ ਨੂੰ ਸਮਝਦਾ, ਸਿੱਖ ਇਤਿਹਾਸ ਦਾ ਗਿਆਤਾ, ਗੁਰਬਾਣੀ ਦਾ ਬੜਾ ਗਿਆਤਾ, ਪਰ ਕਮਾਈ ਸਾਰੀ ਉਹ ਕਰ ਰਿਹਾ ਬ੍ਰਾਹਮਣਵਾਦ ਲਈ, ਜਾਣੀ ਕਿ ਸਾਹਮਣੇ ਬੈਠੀ ਸੰਗਤ ਦਾ ਬਾਹਮਣੀਕਰਨ ਕਰ ਰਿਹਾ, ਉਹਨਾਂ ਨੂੰ ਮੱਤਾਂ ਦੇ ਰਿਹਾ ਜਿਹੜੀਆਂ ਗੁਰੂ ਸਾਹਿਬਾਨ ਨੇ ਮਨਾ ਕੀਤਾ ਸੀ। ਗੁਰੂ ਪਾਤਸ਼ਾਹ ਨੇ ਜੋ ਕੁਝ ਸਾਨੂੰ ਸਿਖਾਇਆ, ਜੇ ਉਹਨੂੰ ਸੌਖੇ ਸਮਝਣਾ ਹੋਵੇ ਤਾਂ ਸਿੱਖ ਰਹਿਤ ਮਰਿਆਦਾ ਪਈ ਹੈ। ਉਹ 'ਚ ਸਾਫ਼ ਲਿਖਿਆ ਹੋਇਆ ਸਿੱਖਾਂ ਨੇ ਆਹ ਕੁਛ ਨਹੀਂ ਕਰਨਾ, ਤੇ ਉਹ ਕੁਛ ਕਰਨ ਤੋਂ ਬਾਅਦ ਫੇਰ ਵੀ ਕਵੇ ਮੈਂ ਸਿੱਖ ਹਾਂ, ਮਤਲਬ ਉਸ ਗੁਰੂ ਪਾਤਸ਼ਾਹ ਦੇ ਅਸੀਂ ਸਧਾਰਨ ਪਿਓ ਦੇ ਹੁਕਮ ਨਾ ਮੰਨੀਏ ਤਾਂ ਲੋਕ ਕਹਿੰਦੇ ਆ ਸਾਰੀ ਉਮਰ ਤਾਂ ਇਹਨੇ ਪਿਓ ਦੀ ਗੱਲ ਨਹੀਂ ਮੰਨੀ। ਸੋ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਚੜਾਉਣ ਵਾਲੇ, ਨੀਵਾਂ ਦਿਖਾਉਣ ਵਾਲੇ, ਹੇਠੀ ਕਰਨ ਵਾਲੇ, ਆਪਦੀਆਂ ਦਿਮਾਗੀ ਅਡਾਰੀਆਂ ਨਾਲ, ਚਾਹੇ ਉਹਨੂੰ ਕੋਈ ਕਾਮਰੇਡ ਕਹਿ ਲਓ, ਚਾਹੇ RSS ਦਾ ਏਜੰਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਾਰਨ ਜਿਹੜਾ ਮਰਜ਼ੀ ਹੈ, ਜਿਹੜਾ ਸਿੱਖੀ ਤੋਂ ਉਲਟ ਚੱਲ ਰਿਹਾ ਉਹ ਫਿਰ ਸਿੱਖ ਨਹੀਂ ਰਹਿੰਦਾ। ਗਾਤਰੇ, ਕਿਰਪਾਨ, ਆ ਨਿਹੰਗ ਦੀ ਫੋਟੋ ਤਾਂ ਦੇਖੋ ਜਿਹੜਾ ਅੱਜ ਬਾਣਾ ਪਾਇਆ ਹੋਇਆ ਬੜਾ ਸੋਹਣਾ। ਇਹ ਗੱਲ ਬੜੀ ਜ਼ਰੂਰੀ ਹੈ ਕਿ ਸਾਡੇ ਦਿਲ ਦਿਮਾਗ ਵਿੱਚ ਸਿੱਖੀ ਹੈ ਕਿ ਨਹੀਂ। ਬਾਹਰੀ ਜਿਹੜਾ ਰੂਪ ਸਰੂਪ ਆ ਨਾ, ਇਹ ਤਾਂ ਕਿਸੇ ਵੀ ਬੰਦੇ ਨੂੰ ਛੱਡ ਦਿਓ, ਉਹ ਜੇ ਬਾਲ ਹਰੇਕ ਦੇ ਆਉਣੇ ਆ ਕੇਸ, ਹਰੇਕ ਮੁਸਲਮਾਨ ਦੇ ਵੀ ਆਉਂਦੇ ਆ, ਹਿੰਦੂ ਦੇ ਵੀ ਆਉਂਦੇ ਆ, ਈਸਾਈ ਦੇ ਵੀ ਆਉਂਦੇ ਆ, ਹਰੇਕ ਦੇ ਆਉਂਦੇ ਆ ਕੁਦਰਤੀ ਤੌਰ ਤੇ। ਕਕਾਰ ਜਿਹੜੇ ਨੇ ਉਹ ਪਹਿਨ ਲਵੇ ਕੋਈ ਬੰਦਾ ਤੇ ਫਿਰ ਸਿੱਖ ਬਣ ਗਿਆ। ਇਹ ਤਾਂ ਬਾਹਰੀ ਚਿੰਨ੍ਹ ਨੇ, ਅੰਦਰੂਨੀ ਤੌਰ ਦੇ ਉੱਤੇ ਸਿੱਖ ਦਾ ਸਿੱਖ ਹੋਣਾ ਜ਼ਰੂਰੀ ਹੈ। ਕਮਾਲ ਦੀ ਗੱਲ ਇਹ ਆ, ਕਾਮਰੇਡ ਉੱਠਦੇ ਆ, ਉਹ ਕਹਿੰਦੇ ਸਿੱਖੋ ਤੁਹਾਨੂੰ ਕੀ ਪਤਾ ਸਾਡੇ ਨਾਲੋਂ ਵਧੀਆ ਸਿੱਖ ਕੌਣ ਹੁੰਦਾ। ਉੱਪਰੋਂ ਹੋਰ ਗੱਲ ਕਰ ਦੇਣਗੇ, ਅਖੇ ਜੀ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਪਹਿਲੇ ਕਾਮਰੇਡ ਹੋਏ। ਕਾਮਰੇਡਾਂ ਦਾ ਇਹ ਹੈ। ਹਿੰਦੂ ਕਹਿੰਦੇ ਆ ਤੁਹਾਨੂੰ ਅਕਲ ਹੀ ਨਹੀਂ, ਸਿੱਖੋ ਅਸੀਂ ਦੱਸਾਂਗੇ ਤੁਹਾਨੂੰ ਸਿੱਖੀ ਕੀ। ਤੇ ਸਿੱਖ ਸਾਰਿਆਂ ਤੇ ਹੱਸ ਛੱਡਦੇ ਆ। ਬਹੁਤ ਵੱਡੀ ਗਿਣਤੀ ਇਹੋ ਜਿਹੇ ਸਿੱਖਾਂ ਦੀ ਆ ਸਾਡੇ ਆਲੇ ਦੁਆਲੇ, ਜਿਹੜੇ ਕਿਸੇ ਨੂੰ ਲੜ ਕੇ ਬਹਿਸ ਕੇ ਸਮਝਾ ਨਹੀਂ ਸਕਦੇ ਕਿ ਸਿੱਖੀ ਕਿਵੇਂ ਤੁਹਾਡੇ ਨਾਲੋਂ ਵੱਖਰੀ ਆ, ਪਰ ਉਹਨਾਂ ਨੂੰ ਪਤਾ ਹੁੰਦਾ ਕਿ ਸਿੱਖੀ ਕੀ ਹੈ। ਜਿਵੇਂ ਗੂੰਗਾ ਗੁੜ ਖਾ ਲਵੇ ਤੇ ਦੱਸਣਾ ਨਾ ਆਵੇ। ਸਾਡੇ ਧਰਮ 'ਚ, ਸਾਡੇ ਅੰਦਰ ਬਹੁਤ ਕੁਝ ਇਹੋ ਜਿਹਾ ਜਿਹੜਾ ਅਸੀਂ ਕਿਸੇ ਦੂਜੇ ਨੂੰ ਬਿਆਨ ਕਰਕੇ ਸਮਝਾ ਨਹੀਂ ਸਕਦੇ, ਪਰ ਸਾਨੂੰ ਪਤਾ ਹੈ ਕਿ ਇਹ ਗੱਲ ਸਿੱਖੀ 'ਚ ਆਉਂ। ਅਸੀਂ ਜਦੋਂ ਨਿੱਕੇ ਹੁੰਦੇ ਸੀ, ਕਈ ਵਾਰ ਵੀ ਆਪਾਂ ਨੂੰ ਪਤਾ ਹੁੰਦਾ ਸੀ ਵੀ ਇਹ ਗੱਲਾਂ ਯਾਰ ਕੀ ਤੂੰ ਲਾ ਲਿਆ ਜਿਹੜੀਆਂ ਗੱਲਾਂ ਕਰਦਾ, ਮਤਲਬ ਇਹ ਸਿੱਖਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ। ਬੜਾ ਕੁਛ ਆ ਜਿਹਦੀ ਜਿੰਨੀ ਮਰਜ਼ੀ ਕਹਾ ਵਿਆਖਿਆ ਕਰ ਲਓ। ਸਾਡਾ ਤਾਂ ਗੁਰੂ ਮਾਨਿਓ ਗ੍ਰੰਥ ਦਾ ਜਿਹੜਾ ਸੰਕਲਪ ਹੈ, ਇਹਦੇ ਵਿੱਚ ਹੀ ਬਹੁਤ ਕੁਝ ਆ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਮੰਨ ਕੇ ਮੱਥਾ ਨਹੀਂ ਟੇਕਣਾ। ਹੁਣ ਜਿਹੜੇ ਇੱਥੇ ਹਰ ਇੱਕ ਚੀਜ਼ ਨੂੰ, ਪੱਥਰ ਨੂੰ, ਰੋੜੇ ਨੂੰ, ਇੱਟ ਨੂੰ, ਦਰਖਤ ਨੂੰ, ਕੰਧ ਨੂੰ, ਲੱਲੜ ਪੱਲੜ, ਹਰ ਇੱਕ ਨੂੰ ਗੁਰੂ ਮੰਨ ਕੇ, ਰੱਬ ਮੰਨ ਕੇ, ਰੱਬ ਮੰਨੀ ਫਿਰਦੇ ਆ, ਗੁਰੂ ਦੀ ਤਾਂ ਗੱਲ ਬੜੀ ਦੂਰ। ਮੱਥੇ ਟੇਕੀ ਜਾਣ, ਅਗੇ ਜੀ ਸ਼ਰਧਾ, ਇਹ ਕਿਹੋ ਜੀ ਸ਼ਰਧਾ। ਪੀਰਾਂ ਫਕੀਰਾਂ ਦੀਆਂ ਜਗ੍ਹਾ ਤੇ, ਹਰ ਥਾਂ ਤੇ ਉੱਤੇ ਜਾ ਕੇ ਨਮਸਕਾਰ, ਸੀਸ ਝੁਕਾਈ ਜਾਣੇ ਤੇ ਕਹਿਣਾ ਸਿੱਖ। ਜਿਹੜੇ ਆ ਕਲਾਕਾਰ ਟਾਈਪ ਲੋਕ ਹੁੰਦੇ ਆ, ਤੁਸੀਂ ਇਹਨਾਂ ਦੀ ਅਕਸਰ ਗੱਲ ਸੁਣਦੇ ਹੋ, ਕਲਾਕਾਰ ਦਾ ਕਿਹੜਾ ਕੋਈ ਧਰਮ ਹੁੰਦਾ ਜੀ, ਕਲਾਕਾਰ ਨੇ ਤਾਂ ਸਭ ਥਾਂ ਤੇ ਜਾਣਾ। ਇਹ ਗੱਲ ਲੋਕਾਂ ਕੋਲੋਂ ਸਿੱਖੀ ਛਡਾਉਣ ਵਾਲੀ ਗੱਲ ਆ। ਜੇ ਸਿੱਖ ਵਾ ਉਹ ਕਦੇ ਵੀ ਇਹ ਨਹੀਂ ਵੀ ਦੂਜਿਆਂ ਧਰਮਾਂ ਦੀ ਹੇਠੀ, ਨਾ, ਦੂਜਿਆਂ ਧਰਮਾਂ ਦਾ, ਉਹਨਾਂ ਦੇ ਵਿਚਾਰਾਂ ਦਾ ਤਿਰਸਕਾਰ ਨਹੀਂ ਕਰਨਾ, ਪਰ ਆਪਦੇ ਧਰਮ ਦਾ ਪ੍ਰਪੱਕਤਾ ਦੇ ਨਾਲ ਸਤਿਕਾਰ ਕਰਨਾ ਕਿ ਨਹੀਂ ਜੀ ਸਾਡਾ ਧਰਮ ਨਹੀਂ ਅਲਾਓ ਕਰਦਾ। ਇਹ ਗੱਲ ਜਦੋਂ ਤੋਂ ਹਟੀ ਆ, ਪਿਛਲੇ 50-60 ਸਾਲਾਂ ਤੋਂ ਸਾਡੇ 'ਚ ਘਟੀ ਆ, ਕਿਉਂਕਿ ਗੋਦੀ ਮੀਡੀਆ ਨੇ ਇਹ ਗੱਲ ਚਲਾਤੀ ਕਿ ਇਹਦਾ ਕੱਟੜਵਾਦ ਹੁੰਦਾ। ਜਾਣੀ ਕਿ ਜੇ ਕੋਈ ਸਿੱਖ ਆਪਦੇ ਧਰਮ 'ਚ ਪ੍ਰਪੱਕ ਵਾ, ਮਰਿਆਦਾ 'ਚ ਪ੍ਰਪੱਕ ਵਾ, ਉਹ ਕੱਟੜਵਾਦ ਆ। ਪਰ ਜੇ ਕੋਈ ਕਾਮਰੇਡ ਆਪਦੀ ਕਮਿਊਨਿਜ਼ਮ ਫਲਸਫੇ ਤੇ ਪ੍ਰਪੱਕ ਆ, ਉਹ ਬੜੀ ਵਧੀਆ ਗੱਲ ਆ। ਜੇ ਕੋਈ ਹਿੰਦੂ ਆਪਦੇ ਧਰਮ 'ਚ ਪ੍ਰਪੱਕ ਆ, ਉਹ ਬੜੀ ਵਧੀਆ ਗੱਲ ਆ। ਇਕੱਲੇ ਸਿੱਖਾਂ ਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਲਿਬਰਲ ਬਣੋ,
ਇਹ ਜਿਹੜਾ ਲਿਬਰਲਿਜ਼ਮ ਆ, ਜਿਹੜਾ ਉਦਾਰਵਾਦ ਆ, ਜਿਹੜਾ ਖੁੱਲਾਪਣ ਆ ਵੀ ਛੱਡੋ ਜੀ ਕੇਸਾਂ 'ਚ ਕੀ ਰੱਖਿਆ, ਦਿਲ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ 'ਚ ਕੀ ਰੱਖਿਆ ਜੀ। ਫਿਰ 10ਵੇਂ ਪਾਤਸ਼ਾਹ ਦਾ ਤਾਂ ਫਿਰ ਦਿਲ ਜਿਹੜਾ ਸੀਗਾ ਉਹਨਾਂ ਦਾ ਬਹੁਤ ਮੈਲਾ ਸੀ, ਜਿਹੜਾ ਉਹਨਾਂ ਨੇ ਕਿਹਾ ਵੀ ਅੰਮ੍ਰਿਤ ਛਕਣਾ ਚਾਹੀਦਾ। ਤੋ ਗੁਰੂ ਸਾਹਿਬਾਨ ਨੇ ਸਾਨੂੰ ਜੋ ਮੱਤ ਦਿੱਤੀ ਆ, ਪਹਿਲੇ 9 ਪਾਤਸ਼ਾਹੀਆਂ ਮੌਕੇ ਜੋ ਸੀ ਚੱਲਦਾ, ਪਰ 10ਵੇਂ ਪਾਤਸ਼ਾਹ ਤੋਂ ਬਾਅਦ ਤਾਂ ਸਿੱਖ ਹੁੰਦਾ ਹੀ ਉਹ ਆ ਜਿਹੜਾ ਅੰਮ੍ਰਿਤਧਾਰੀ ਹੈ, ਜਿਹੜਾ ਬਾਣੀ ਤੇ ਬਾਣੇ ਤੇ ਅੱਗੇ ਸਾਰਾ ਕੁਝ ਮਰਿਆਦਾ 'ਚ ਆਪਣੇ ਦਰਜ। ਹੁਣ ਗੱਲ ਇਹ ਹੈ ਕਿ ਇਸ ਮੌਕੇ ਸਾਡੀ ਕੌਮ ਦੇ ਵਿੱਚ ਬੇਸ਼ੁਮਾਰ ਇਹੋ ਜਿਹੇ ਲੋਕ ਨੇ ਜਿਹੜੇ ਸਿੱਖਾਂ ਨੂੰ ਸਿੱਖੀ ਤੋਂ ਤੋੜਨ ਲਈ, ਸਿੱਖੀ ਤੋਂ ਬਾਗੀ ਕਰਨ ਲਈ ਤਿਆਰ ਨੇ, ਸਿੱਖੀ ਦਾ ਹਿੰਦੂਕਰਨ ਹੋਣ ਤੇ ਖੁਸ਼ ਹੁੰਦੇ ਆ। ਜਦੋਂ ਕੋਈ ਸਿੱਖ ਇਤਰਾਜ਼ ਕਰਦਾ ਹੈ ਕਿ ਇਹ ਗੱਲ ਗਲਤ ਹੈ ਤੇ ਉਦੋਂ ਕਹਿੰਦੇ ਕੱਟੜਵਾਦ ਆ, ਤੁਸੀਂ ਛੱਡੋ ਜੀ ਇਸ ਗੱਲ ਨੂੰ। ਫਿਰ ਕੀ ਹੋ ਗਿਆ? ਮੰਨ ਲਓ ਮੈਂ ਇਹ ਕਿਤੇ ਕਹਿਣਾ ਕਿ ਜੀ ਮੈਂ ਨਹੀਂ ਆਹ ਕੰਮ ਕਰਨਾ, ਸਾਡੇ ਧਰਮ 'ਚ ਮਨਾ, ਤੇ ਇਹ ਗੱਲ 'ਚ ਗਲਤ ਕੀ ਹੈ? ਆਪਦੇ ਧਰਮ 'ਚ ਪ੍ਰਭਾਕ ਰਹਿਣਾ ਗਲਤ ਹੁੰਦਾ? ਇੱਥੇ ਜਦ ਹੀ ਉਹਦੇ ਖਿਲਾਫ ਮਾਹੌਲ ਖੜਾ ਕਰ ਦਿੰਦੇ ਆ ਜੀ ਇਹ ਤਾਂ ਗਲਤ ਹੋ ਗਿਆ। ਖੈਰ, ਇਸ ਨਕਲੀ ਨਿਹੰਗ ਨੇ ਜਿਹੜਾ ਐਲਾਨ ਕੀਤਾ ਹੈ ਕਿ ਮੈਂ ਆਰਐਸਐਸ ਨਾਲ ਚੱਲਣਾ ਹੈ, ਇਹਦੇ ਤੋਂ ਬਾਅਦ 'ਚ ਆਓ ਉਡੀਕੀਏ ਕਿ ਜਿਹੜੇ ਆਰਐਸਐਸ ਲਈ ਹੋਰ ਕੰਮ ਕਰਦੇ ਸਿੱਖ ਨੇ ਉਹ ਵੀ ਸਾਹਮਣੇ ਆਉਣਗੇ ਤੇ ਉਹ ਵੀ ਕਹਿਣਗੇ ਕਿ ਜੀ ਜੇ ਭਾਈ ਤੁਹਾਨੂੰ ਠੀਕ ਲੱਗਦਾ ਆਰਐਸਐਸ ਦਾ ਏਜੰਡਾ ਤਾਂ ਠੋਕ ਵਜਾ ਕੇ ਕਹੋ ਇਹਦੇ ਵਾਂਗੂ ਕਿ ਮੈਂ ਜੀ ਆਰਐਸਐਸ ਦਾ ਪੱਲਾ ਫੜ ਲਿਆ ਤੇ ਮੈਂ ਆਰਐਸਐਸ ਨਾਲ ਚੱਲਿਆ ਕਰੂੰ। ਇਹਦੇ ਨਾਲ ਮੈਂ ਫੇਰ ਕਹਿਣਾ ਕਿ ਐਵੇਂ ਬਹੁਤ ਸਾਰੇ ਬੰਦੇ ਬੜੇ ਵਿਦਵਾਨ, ਬੜੇ ਗੁਣਵਾਨ, ਅੰਮ੍ਰਿਤਧਾਰੀ, ਦਮਾਲੇ, ਪੱਗਾਂ, ਗਾਤਰੇ, ਐਵੇਂ ਨਾ ਹਰੇਕ ਨੂੰ ਮੰਨ ਲਿਆ ਕਰੀਏ। ਮੰਨਣਾ ਇਹ ਚਾਹੀਦਾ ਕਿ ਸਿੱਖੀ ਦੇ ਕਿਲੇ ਵਿੱਚ ਥਾਂ ਥਾਂ ਤੇ ਸੰਨ ਲਾਈ ਫਿਰਦਾ ਬ੍ਰਾਹਮਣਵਾਦ। ਆਰਐਸਐਸ ਨੇ ਕਰੋ ਜਾਂ ਮਰੋ, ਉਹ ਕਹਿੰਦੇ ਆ ਜੇ ਹੁਣ ਸਾਡਾ ਦਾ ਨਾ ਲੱਗਿਆ ਸਿੱਖੀ ਨੂੰ ਢਾਉਣ 'ਚ ਫੇਰ ਕਦੋਂ। ਇਹ ਨਹੀਂ ਕਿ ਸਿੱਖੀ ਨੂੰ ਕੋਈ ਸਿੱਖੀ ਮਰ ਜੂ, ਸਿੱਖੀ ਦਾ ਕੁਝ ਨਹੀਂ ਹੋਣਾ। ਇਹ ਸਾਡੀ ਪਰਖ ਹੋ ਰਹੀ ਹੈ। ਗੁਰੂ ਪਾਤਸ਼ਾਹ ਇੱਕ ਤਰੀਕੇ ਨਾਲ, ਅੱਗੇ ਪੇਪਰ ਔਖਾ ਹੁੰਦਾ ਸੀ, ਭਾਈ ਮਨੀ ਸਿੰਘ ਦਾ ਪੇਪਰ ਬੜਾ ਔਖਾ ਪਿਆ, ਬੰਦ ਕਟਵਾਉਣਾ ਪਿਆ, ਪਰ ਸਿੱਖੀ ਸੈਦਕ ਉਹਨਾਂ ਨੇ ਤਿਆਗਿਆ ਨਹੀਂ। ਭਾਈ ਦਿਆਲਾ ਜੀ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਫੇਰ ਆ ਜਾਓ ਆਪਾਂ ਭਾਈ ਤਾਰੂ ਸਿੰਘ ਜੀ ਤੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ ਜੀ। ਇਹਨਾਂ ਦੇ ਪੇਪਰ, ਇਹਨਾਂ ਦੇ ਪਰਚੇ ਬੜੇ ਔਖੇ ਸੀ। ਗੁਰੂ ਪਾਤਸ਼ਾਹ ਦੇ ਵੇਲਿਆਂ 'ਚ ਵੀ ਪੇਪਰ ਬੜੇ ਔਖੇ ਪੈਂਦੇ ਰਹੇ, ਇਹ ਇਤਿਹਾਸ ਪੜ੍ਹੀਏ। ਤੇ ਆ ਜਿਹੜਾ ਗੁਰੂ ਸਾਹਿਬਾਨ ਤੋਂ ਬਾਅਦ ਵਾਲਾ ਪੇਪਰ ਉਦੋਂ ਵੀ ਔਖਾ ਰਿਹਾ। ਆ ਹੁਣ ਖਾੜਕੂ ਲਹਿਰ ਮੌਕੇ ਜਦੋਂ ਬਿਲਕੁਲ ਅਲਫ ਨਗਨ ਕਰਕੇ ਸੀਏ ਸਟਾਫ ਦੇ ਵਿੱਚ ਬੁੱਚੜ ਉਹਨੂੰ ਕੋਹ ਰਹੇ ਹੁੰਦੇ ਸੀ, ਉਹਦੇ ਜਿਸਮ ਉੱਤੇ ਇੱਕ ਨਿੱਕਾ ਜਿਹਾ ਰੇਸ਼ਾ ਵੀ ਨਹੀਂ ਸੀ ਹੁੰਦਾ ਸਿੰਘ ਦੇ। ਤੇ ਕਕਾਰ ਤਾਂ ਕਿੱਥੇ ਹੋਣਿਆ, ਕਕਾਰ ਤਾਂ ਉੱਥੇ ਪੁਲਿਸੀਏ ਆਪਦੇ ਪੈਰਾਂ ਹੇਠ ਲੱਤੜ ਕੇ ਉਹਨੂੰ ਜਲੀਲ ਕਰ ਰਹੇ ਹੁੰਦੇ ਸੀ। ਉਸ ਮੌਕੇ ਵੀ ਗੁਰੂ ਪਾਤਸ਼ਾਹ ਦਾ ਉਹਦੇ ਉੱਤੇ ਪੂਰਨ ਥਾਪੜਾ ਕਿ ਕਕਾਰ ਤੇਰੇ ਹੈ ਨਹੀਂ ਕੋਈ ਗੱਲ ਨਹੀਂ, ਪਰ ਤੂੰ ਮੇਰੇ ਧਰਮ ਲਈ, ਮੇਰੀ ਆਸਥਾ ਜਿਹੜੀ ਹੈ ਤੇਰੀ, ਉਹਦੇ ਲਈ ਤੂੰ ਇਹ ਤਸ਼ੱਦਦ ਚੱਲ ਰਿਹਾ। ਉਸ ਮੌਕੇ ਬਿਲਕੁਲ ਨੇੜੇ ਤੇੜੇ ਜੇਕਰ ਕੋਈ ਕੇਸਾਧਾਰੀ ਹਿੰਦੂਆਂ ਵਰਗਾ ਸਿੱਖ ਬਾਣੀ ਪੜ੍ਹ ਕੇ ਰਹਿ ਰਸ ਕਰਕੇ ਲੋਕਾਂ ਨੂੰ ਦਿਖਾ ਰਿਹਾ ਹੋਵੇ ਤਾਂ ਉਹ ਦਿਖਾਵਾ। ਤੋਂ ਬੜੀ ਵਾਰ ਇਸ ਤਰ੍ਹਾਂ ਦੇ ਭਾਣੇ ਵਾਪਰੇ ਕਿ ਪੇਪਰ ਜਿਹੜਾ ਸੀ ਆ ਬੜਾ ਕਸੂਤਾ ਪੈਂਦਾ ਰਿਹਾ। ਹੁਣ ਪੇਪਰ ਇਸ ਮੌਕੇ ਸੌਖਾ ਬਹੁਤ ਆ, ਸਿੱਧਾ ਜਿਹਾ ਹੀ ਆ ਕਿ ਜਾਂ ਤਾਂ ਸਿੱਖੀ ਰੱਖ ਲਾ, ਕਿਵੇਂ ਰੱਖਣੀ ਆ, ਸਿੱਖ ਧਰਮ ਦੀ ਮਰਿਆਦਾ ਤੇ ਪਹਿਰਾ ਦੇ ਕੇ, ਤੇ ਜਾਂ ਫਿਰ ਜਿਵੇਂ ਆਹ ਕਰਦਾ ਫਿਰਦਾ ਜੀ ਅਸੀਂ ਤਾਂ ਆਰਐਸਐਸ ਨਾਲ, ਸਿੱਧਾ ਕਹੋ ਵੀ ਹਿੰਦੂ ਆ, ਸਿੱਧਾ ਕਹੋ ਕੇਸਾਧਾਰੀ ਹਿੰਦੂ ਆ, ਸਿੱਧਾ ਕਹੋ ਵੀ ਸਨਾਤਨੀ ਆ, ਸਿੱਧਾ ਕਹੋ ਸਿੱਖੀ ਦੇ ਦੁਸ਼ਮਣ ਆ। ਕਿਉਂਕਿ ਆਰਐਸਐਸ ਦਾ ਏਜੰਟ ਹੋਣਾ ਇੱਕ ਬਹੁਤ ਵੱਡਾ ਕਲੰਕ ਹੁੰਦਾ ਸੀ, ਤੇ ਅੱਜ ਐਲਾਨੀਆ ਤੌਰ ਤੇ। ਹੁਣ ਮੈਂ ਗੱਲ ਅਗਲੀ ਤੇ ਆਉਣਾ। 1995 ਤੋਂ ਪਹਿਲਾਂ ਆਰਐਸਐਸ ਦਾ ਏਜੰਟ ਕਿਸੇ ਨੂੰ ਜੇ ਕਹਿ ਦਈਏ ਉਹਦਾ ਮਰਨ ਹੋ ਜਾਂਦਾ ਸੀ। ਕਿਉਂ? ਕਿਉਂਕਿ ਉਦੋਂ ਅਕਾਲੀ ਭਾਜਪਾ ਗੱਠਜੋੜ ਨਹੀਂ ਸੀ। ਫਿਰ ਗੱਠਜੋੜ ਹੋਇਆ। ਗੱਠਜੋੜ ਮੌਕੇ ਕੀ ਵਾਪਰਦਾ, ਕਿਸੇ ਦੁਸ਼ਮਣ ਨਾਲ ਤੁਹਾਡੀ ਦੁਸ਼ਮਣੀ ਆ, ਤੁਸੀਂ ਉਹਦੇ ਨਾਲ ਨਿੱਘੇ ਪਿਆਰੇ ਰਿਸ਼ਤੇ ਬਣਾ ਲਓ, ਉਹਦੇ ਨਾਲ ਮਿਲਵਰਤਨ ਕਰ ਲਓ, ਕੜੱਤਨ ਘਟ ਜਾਂਦੀ ਹੈ, ਨਫ਼ਰਤ ਘਟ ਜਾਂਦੀ ਆ, ਤੇ ਕੁਝ ਹੋਰ ਹੀ ਬਣ ਜਾਂਦਾ।
ਸੋ ਪਿਛਲੇ 25-30 ਸਾਲ ਦੇ ਜਿਹੜੀ ਮੇਲ ਮਿਲਾਪ ਹੋਇਆ ਨਾ ਆਰਐਸਐਸ ਤੇ ਬੀਜੇਪੀ ਦਾ ਨਾਲ, ਭਾਜਪਾ ਦੇ ਨਾਲ, ਇਹਨਾਂ ਦਾ, ਅਕਾਲੀਆਂ ਦਾ, ਬਾਦਲਕਿਆਂ ਦਾ, ਇਹਦਾ ਨਤੀਜਾ ਇਹ ਆ ਕਿ ਅੱਜ ਲੋਕ ਐਲਾਨੀਆ ਤੌਰ ਤੇ ਕਹਿਣ ਜੋਗੇ ਹੋ ਗਏ ਕਿ ਅਸੀਂ ਹਾਂ ਹੈਗੇ ਆ ਜੀ ਆਰਐਸਐਸ ਦੇ ਏਜੰਟ, ਦੱਸੋ ਕੀ ਕਰਨਾ। ਇਸ ਮਾਹੌਲ ਦੇ ਵਿੱਚ ਜਿਹੜੀ ਆਪਾਂ ਲੀਡਰਸ਼ਿਪ ਤੋਂ ਆਸ ਰੱਖੀ ਫਿਰਦੇ ਆ, ਕੋਈ ਹੈਗਾ ਸਿੱਖਾਂ ਦਾ ਧਾਰਮਿਕ ਆਗੂ ਜਿਹੜਾ ਗੱਜ ਵੱਜ ਕੇ ਕਹਿ ਸਕੇ ਕਿ ਆਰਐਸਐਸ ਸਿੱਖਾਂ ਦੇ ਕੋਲੋਂ ਸਿੱਖੀ ਛਡਵਾਉਣਾ ਚਾਹੁੰਦੀ ਹੈ ਤੇ ਸਿੱਖਾਂ ਦਾ ਹਿੰਦੂਕਰਨ ਕਰਨਾ ਚਾਹੁੰਦੀ ਹੈ? ਕਿੰਨੇ ਕੁ ਆਗੂ ਨੇ? ਉਹਨਾਂ ਨੂੰ ਤਾਂ ਸਮਝ ਹੀ ਨਹੀਂ ਵਿਚਾਰਿਆਂ ਨੂੰ। ਪਿਛਲੇ 150 ਸਾਲ ਤੋਂ ਆਪਣੀ ਕੌਮ ਨੂੰ ਜਿਸ ਤਰੀਕੇ ਨਾਲ ਗੁੰਮਰਾਹ ਕੀਤਾ ਜਾ ਰਿਹਾ, ਜਿਸ ਤਰੀਕੇ ਨਾਲ ਸਿੱਖਾਂ ਦੇ ਅੰਦਰ ਖੁਰਚ ਕੇ ਸਿੱਖੀ ਕੱਢੀ ਜਾ ਰਹੀ ਹੈ, ਤੇ ਸਿੱਖਾਂ ਨੂੰ ਉਹ ਕਹਿੰਦੇ ਜਾਂ ਤਾਂ ਸਿੱਧਾ ਹੀ ਜਿਵੇਂ ਆਹ ਕਹਿੰਦਾ ਫਿਰਦਾ ਮੈਂ ਆਰਐਸਐਸ, ਜਾਂ ਤਾਂ ਉਹ ਬਣਾ ਲੂ, ਜਾਂ ਇਹਨਾਂ ਨੂੰ ਕਹੋ ਵੀ ਠੀਕ ਆ ਜੀ ਅੰਮ੍ਰਿਤ ਛਕ ਲਾ, ਬਾਣੀ ਕੰਠ ਕਰ ਲਾ, ਇਤਿਹਾਸ ਵੀ ਪੜ੍ਹਨਾ, ਪਰ ਤੂੰ ਬੋਲੀ ਸਾਡੀ ਬੋਲਣੀ ਹੈ। ਇਸ ਤਰੀਕੇ ਦੇ ਪ੍ਰਚਾਰਕ, ਇਸ ਤਰੀਕੇ ਦੇ ਸਾਧ ਬਾਬੇ, ਇਹੋ ਜਿਹੇ ਡੇਰੇਦਾਰ, ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਬਿਠਾ ਦੂ, ਉਹਨਾਂ ਨੇ ਆਹੀ ਕੁਛ ਕਰਨਾ। ਸੋ ਇਸ ਮੌਕੇ ਸਾਡੀਆਂ ਸੰਪਰਦਾਵਾਂ, ਸਾਡੀਆਂ ਸੰਸਥਾਵਾਂ, ਸਾਡੀ ਧਾਰਮਿਕ ਲੀਡਰਸ਼ਿਪ ਹਰ ਥਾਂ ਦੇ ਉੱਤੇ ਬ੍ਰਾਹਮਣਵਾਦ ਦੇ ਝੰਡੇ ਝੂਲ ਰਹੇ ਨੇ। ਤੇ ਸਾਡਾ ਫਰਜ਼ ਕੀ ਹੈ ਇਸ ਮੌਕੇ, ਸਾਡੀ ਡਿਊਟੀ ਕੀ ਹੈ ਕਿ ਅਸੀਂ ਪਛਾਣੀਏ। ਆਹੀ ਪਰਚਾ ਵਾ, ਪੇਪਰ ਇਹੀ ਅੱਜ ਗੁਰੂ ਦਾ ਸਾਨੂੰ ਪਾਇਆ ਹੋਇਆ, ਕਿ ਅਸੀਂ ਕਿਤੇ ਉਹਨਾਂ ਮਗਰ ਤਾਂ ਨਹੀਂ ਲੱਗੇ ਫਿਰਦੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਦਾ ਠੇਕਾ ਚੱਕੀ ਫਿਰਦੇ ਆ, ਆਰਐਸਐਸ ਦਾ ਏਜੰਟ ਬਣ। ਇਹ ਹੀ ਸਾਡਾ ਫਰਜ਼ ਵਾ, ਇਹੀ ਸਾਡਾ ਪੇਪਰ। ਦੂਜੇ ਪਾਸੇ ਜਿਹੜੇ ਸਾਡੇ ਰਾਜਨੀਤਿਕ ਆਗੂ ਨੇ, ਚਾਹੇ ਉਹ ਕਿਸੇ ਵੀ ਜਮਾਤ ਦੇ ਨੇ, ਉਹ ਭਾਰਤ ਮਾਤਾ ਦੇ ਲਾਲ ਨੇ। ਤੁਹਾਡੇ ਸਾਹਮਣੇ ਆ, ਅੱਜ ਰਾਹੁਲ ਗਾਂਧੀ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ, ਕਿਹਾ ਉਹਨੇ ਬਈ ਭਾਰਤ ਸਰਕਾਰ ਨੇ, ਮੋਦੀ ਸਰਕਾਰ ਨੇ ਭਾਰਤ ਮਾਤਾ ਵੇਚਤੀ ਅਮਰੀਕਾ ਕੋਲੇ। ਜਿਹੜੇ ਭਾਰਤ ਦੇ ਲੀਡਰ ਆਗੂ ਸਾਰੇ ਭਾਰਤ ਦੇ ਲੋਕਾਂ ਨੂੰ ਦੱਸਣ ਨੂੰ ਰਾਜੀ ਨਹੀਂ ਕਿ ਅਸੀਂ ਡੀਲ ਕੀ ਕੀਤੀ ਹੈ, ਇਹ ਪੂਰਾ ਰੌਲਾ ਪਿਆ ਹੋਇਆ। ਇਹ ਕਿਹਾ ਜਾ ਰਿਹਾ ਲੋਕਾਂ 'ਚ ਚਰਚਾ ਕਿ ਅਮਰੀਕਾ ਨੇ ਉਹ ਜਿਹੜਾ ਐਪਸਟੀਨ ਦਾ ਰੌਲਾ ਪਿਆ ਹੋਇਆ, ਬਲੈਕਮੇਲ ਕੀਤਾ ਜੀ, ਇਹਦੀਆਂ ਕੋਈ ਮੋਦੀ ਦੀਆਂ ਜਾਂ ਹੋਰ ਆਗੂਆਂ ਦੀਆਂ ਮਾੜੀਆਂ ਵੀਡੀਓਜ਼ ਨੇ, ਮਾੜੇ ਸਬੂਤ ਨੇ, ਬਲੈਕਮੇਲ ਕਰਕੇ ਜੀ ਇਹ ਤੋਂ ਡੀਲ ਕਰਾਈ, ਇਹੋ ਜਿਹੀਆਂ ਗੱਲਾਂ ਚੱਲਦੀਆਂ ਸਾਰੇ ਸੰਸਾਰ ਦੇ ਵਿੱਚ। ਅੱਡ-ਅੱਡ ਮੁਲਕਾਂ ਦੇ ਵਿੱਚ ਉਹ ਫਾਈਲਾਂ ਦੇ ਕਰਕੇ, ਉਹ ਜਿਹੜੀਆਂ ਗਲਤ ਮਲਤ ਚੀਜ਼ਾਂ ਦੇ ਕਰਕੇ ਰੌਲਾ ਪਿਆ ਹੋਇਆ, ਵੱਡੇ ਵੱਡੇ ਥੰਮ ਡਿੱਗ ਰਹੇ ਨੇ। ਤੇ ਮੋਦੀ ਨੇ ਪਿਛਲੇ ਦਿਨੀ ਕਿਹਾ ਵੀ ਸੀ ਕਿ ਜੇ ਮੈਂ ਚਾਹਾਂ ਤਾਂ ਮੈਂ ਮੋਦੀ ਨੂੰ, ਟਰੰਪ ਨੇ ਹੱਥ ਕਿਹਾ ਵੀ ਸੀਗਾ ਵੀ ਜੇ ਮੈਂ ਚਾਹਾਂ ਤਾਂ ਮੋਦੀ ਨੂੰ ਰੋਲ ਦਿਆਂ, ਪਰ ਮੇਰਾ ਦੋਸਤ ਆ, ਮੈਂ ਕੁਛ ਨਹੀਂ ਕਰਨਾ। ਇੱਕ ਤਰੀਕੇ ਨਾਲ ਧਮਕੀਆਂ ਦੇ ਕੇ ਮੋਦੀ ਤੋਂ ਇਹ ਡੀਲ ਉਹਨਾਂ ਨੇ, ਟਰੰਪ ਹੋਣਾ ਨੇ ਕਰਵਾ ਲਈ। ਤੇ ਜੇ ਬਲੈਕਮੇਲਿੰਗ ਰਾਹੀਂ ਟਰੰਪ ਹੋਣਾ ਨੇ ਮੋਦੀ ਟੰਗ ਲਿਆ, ਤੇ ਮੋਦੀ ਨੂੰ ਇਹ ਪਤਾ ਕਿ ਜਿਹੜੀਆਂ ਗੱਲਾਂ ਮੈਂ ਮੰਨ ਲਈਆਂ ਨੇ, ਜੇ ਉਹ ਆਮ ਲੋਕਾਂ 'ਚ ਗਈਆਂ ਤਾਂ ਮੇਰਾ ਜਲੂਸ ਨਿਕਲੂ। ਅੱਜ ਵੀ ਭਾਰਤ ਵਿੱਚ ਇੱਥੇ ਭਾਰਤ ਬੰਦ ਦੀ ਕਾਲ ਸੀ, ਕਿਸਾਨ ਜਥੇਬੰਦੀਆਂ ਸਮੇਤ ਸਭ ਨੂੰ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਉਥਲ ਪੁਥਲ ਮਚਣੀ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਬੜਾ ਵੱਡਾ ਇੱਕ ਸੰਘਰਸ਼ ਲੜਨਾ ਪੈ ਸਕਦਾ। ਕਿਉਂਕਿ ਜਦੋਂ ਕੋਈ ਲੋਕ ਲੁੱਟੇ ਜਾ ਰਹੇ ਹੁਣ ਤਾਂ ਆਪਦੇ ਬਚਾਅ ਲਈ ਹੱਥ ਪੱਲੇ ਮਾਰਦੇ ਹੀ ਆ। ਲੋਕਾਂ ਨੂੰ ਲੱਗ ਰਿਹਾ ਕਿ ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਤੇ ਉਹਨੇ ਸਾਡੇ ਭਾਰਤ ਦੇ ਜਿਹੜੇ ਮੁੱਢਲੇ ਕੰਮ ਸੀ ਉਹ ਸਾਰੇ ਖੋਲੇ ਸੀ, ਉਵੇਂ ਦਾ ਕੁਝ ਵਾਪਰਨ ਜਾ ਰਿਹਾ। ਗੱਲ ਇਹ ਹੈ ਕਿ ਜੇਕਰ ਮੋਦੀ ਬਲੈਕਮੇਲ ਹੋਇਆ, ਡਰਿਆ, ਟਰੰਪ ਦੇ ਮੂਹਰੇ ਗੋਡੇ ਟੇਕੇ ਆ, ਜਿਹਦੇ ਬਾਰੇ ਰਾਹੁਲ ਗਾਂਧੀ ਕਹਿ ਰਿਹਾ ਕਿ ਉਹਨੇ ਜੀ ਭਾਰਤ ਮਾਤਾ ਵੇਚਤੀ, ਉਵੇਂ ਸਾਡੀ ਕੌਮ, ਪੰਥ ਅਤੇ ਪੰਜਾਬ ਨੂੰ ਸਾਡੇ ਇੱਥੋਂ ਦੇ ਸਿਆਸੀ ਆਗੂ ਵੇਚੀ ਫਿਰਦੇ। ਕਿਵੇਂ ਵੇਚਦੇ ਆ? ਇਹਨਾਂ ਸਾਰਿਆਂ ਤੋਂ ਪਹਿਲਾਂ ਅਗਲੇ ਨਾਲ ਰੱਖ ਕੇ ਗਲਤ ਕੰਮ ਕਰਵਾਉਂਦੇ ਆ, ਫ੍ਰੀ ਹੈਂਡ ਦਿੰਦੇ ਆ। ਜਿਵੇਂ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ, ਉਹ ਇੱਥੇ ਅਰੂਸਾ ਲਈ ਫਿਰਦਾ ਸੀ, ਉਦੋਂ ਇਹ ਉਹਦੇ ਵਿਰੋਧੀ ਇਲਜ਼ਾਮ ਲਾਉਂਦੇ ਸੀ ਕਿ ਜੀ ਇਹਨਾਂ ਕੋਲੇ ਤਾਂ ਮੋਤੀ ਮਹਿਲ ਨੂੰ, ਕੈਪਟਨ ਅਮਰਿੰਦਰ ਸਿੰਘ ਕੋਲੇ ਰੰਗ ਕਰਾਉਣ ਜੋਗੇ, ਕਲੀ ਕਰਾਉਣ ਜੋਗੇ ਪੈਸੇ ਨਹੀਂ ਸੀ, ਤੇ ਹੁਣ ਕਿਵੇਂ ਅਰਬਾਂ ਖਰਬਾਪਤੀ ਬਣ ਗਏ ਇਹਨਾਂ ਨੇ ਜੀ ਸਰਕਾਰ। ਉਦੋਂ ਲੋਕ ਕਹਿੰਦੇ ਹੁੰਦੇ ਸੀ ਕਿ ਨਾ ਇਹ ਬਾਦਲਕਿਆਂ ਖਿਲਾਫ ਕੋਈ ਕਾਰਵਾਈ ਕਰਦੇ ਆ, ਨਾ ਇਹ ਬਰਗਾੜੀ ਬਹਿਬਲ ਵਾਲੇ ਮਸਲੇ ਤੇ ਅੱਗੇ ਸਰਕਾਰ ਵੱਧ ਰਹੀ ਹੈ। ਤੋਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਭਾਗ ਦੌਰਾਨ ਇਹ ਚਰਚਾ ਚੱਲਦੀ ਰਹੀ ਆ ਕਿ ਜਿਹੜੇ ਪੈਸੇ ਕਮਾਏ ਆ ਉਹਦੇ ਤੋਂ ਡਰਦਾ ਤੇ ਕੇਂਦਰ ਸਰਕਾਰ ਕਿਤੇ ਹੱਥ ਨਾ ਪਾ ਲਵੇ,
ਇਸ ਕਰਕੇ ਉਹਨਾਂ ਨਾਲ ਮਿਲ ਕੇ ਚੱਲਦਾ, ਅਮਿਤ ਸ਼ਾਹ ਦੀ ਬੋਲੀ ਬੋਲਦਾ ਕੈਪਟਨ। ਅਖੀਰ ਉਹਨਾਂ ਦੀ ਪਾਰਟੀ ਨੇ ਉਹਨੂੰ ਲਾ ਕੇ ਚੰਨੀ ਨੂੰ ਵੀ ਬਣਾਇਆ, ਪਰ ਗੱਲ ਉਹਨਾਂ ਦੀ ਫਿਰ ਬਣੀ ਨਹੀਂ ਤੇ ਸਰਕਾਰ ਪਲਟ ਗਈ। ਗੱਲ ਇਹ ਹੈ ਕਿ ਅੱਜ ਸਾਰੇ ਪਾਸੇ ਚਰਚਾ ਆ ਕਿ ਹੁਣ ਭਾਵੇਂ ਭਾਜਪਾ 'ਚ ਜਾ ਕੇ ਆਪਦਾ ਬਚਾਅ ਕਰਨ ਲਈ ਕਿ ਦੇਖੋ ਜੀ ਮੇਰੇ ਤੇ ਕੋਈ ਕਾਰਵਾਈ ਨਾ ਕਰਿਓ, ਕਿਉਂਕਿ ਭਾਜਪਾ ਕੋਲੇ ਨਿਰਮਾ ਵਾਸ਼ਿੰਗ ਪਾਊਡਰ ਮਸ਼ੀਨ ਬੜੀ ਵਧੀਆ, ਉਹ ਤਾਂ ਚਾਹੇ ਮੌਕੇ ਤੇ ਕੋਈ ਫੜਿਆ ਜਾਵੇ ਕਰਪਸ਼ਨ ਕਰਦਾ ਵੱਡਾ ਲੀਡਰ, ਉਹ ਜਦੋਂ ਭਾਜਪਾ 'ਚ ਆ ਜਾਂਦਾ ਉਹਦੇ ਖਿਲਾਫ ਸਾਰੀਆਂ ਜਿਹੜੀਆਂ ਇਸ ਭਾਰਤ ਦੀਆਂ ਅੱਡ-ਅੱਡ ਏਜੰਸੀਆਂ ਨੇ ਉਹ ਫਿਰ ਚੁੱਪ ਕਰ ਜਾਂਦੀਆਂ ਨੇ। ਉਹ ਤਾਂ ਨਿਰਮਾ ਵਾਸ਼ਿੰਗ ਪਾਊਡਰ ਆ ਨਾ, ਉਹ ਨਿਰਮਾ ਵਾਸ਼ਿੰਗ ਪਾਊਡਰ ਵਾਲੀ ਮਸ਼ੀਨ ਦੇ ਵਿੱਚ ਹੁਣ ਤੱਕ ਉਹਨੂੰ ਕੁਛ ਨਹੀਂ ਸੀ ਕਿਹਾ। ਹੁਣ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗੱਲ ਕਹਿਤੀ ਕਿ ਮੈਂ ਭਾਜਪਾ 'ਚ ਗਿਆ, ਇੱਥੇ ਕਾਂਗਰਸ 'ਚ ਤਾਂ ਸਾਡੀ ਵਾਹਵਾ ਸੱਦ ਪੁੱਛ ਸੀ, ਮੁੱਖ ਮੰਤਰੀ ਵੀ ਬਣ ਗਏ, ਉੱਥੇ ਸਾਡੀ ਕੋਈ ਸਲਾਹ ਹੀ ਨਹੀਂ ਲੈਂਦਾ, ਪੰਜਾਬ ਦੇ ਬਾਰੇ ਤਾਂ ਬਿਲਕੁਲ ਹੀ ਨਹੀਂ ਕੋਈ ਗੱਲ ਸਾਡੀ। ਕਾਫੀ ਉਹਨੇ ਇਸ ਤਰੀਕੇ ਨਾਲ ਗੱਲਾਂ ਕੀਤੀਆਂ ਸੀ। ਬੀਜੇਪੀ ਵਾਲਿਆਂ ਨੇ ਉਹਨੂੰ ਕੁਛ ਨਹੀਂ ਕਿਹਾ, ਉਹਨੂੰ ਈਡੀ ਦੇ ਸੰਮਣ ਭੇਜਦੇ। ਈਡੀ ਦੇ ਸੰਮਣ ਕਾਹਦੇ ਆਏ ਪਿਓ ਪੁੱਤ ਨੂੰ? ਹੁਣ ਕੈਪਟਨ ਅਮਰਿੰਦਰ ਸਿੰਘ ਤਾਂ ਬੈੱਡ ਤੇ ਹਸਪੀਟਲ ਦਾਖਲ ਹੋ ਗਿਆ ਤੇ ਮੁੰਡਾ ਉਹਦਾ ਪੇਸ਼ੀਆਂ ਭੁਗਤਦਾ ਫਿਰਦਾ। ਇਹ ਸਾਰੇ ਕਾਸੇ ਦੇ ਬਾਰੇ ਆਮ ਲੋਕਾਂ 'ਚ ਇਹੀ ਚਰਚਾ ਵੀ ਈਡੀ ਦਾ ਇਹ ਜਿਹੜਾ ਮਾਮਲਾ ਇਹ ਉਦੋਂ ਦਾ ਹੀ ਅਗਲੇ ਰੱਖੀ ਬੈਠੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਕਿ ਜਦੋਂ ਲੋੜ ਪਈ ਵਰਤ ਲਾਂਗੇ। ਹੁਣ ਜਦੋਂ ਕੈਪਟਨ ਨੇ ਫਰਜੇ ਮਾਰ ਕੇ ਦਿਖਾਇਆ ਆਪਦਾ ਕਿ ਜੀ ਮੇਰੀ ਸੱਦ ਪੁੱਛ ਨਹੀਂ ਭਾਜਪਾ 'ਚ, ਉਹ ਕਹਿੰਦੇ ਟਿਕਿਆ ਰਹਿ, ਨਹੀਂ ਫਿਰ ਈਡੀ ਆ ਜੂਗੀ। ਸੋ ਈਡੀ ਨੂੰ ਇੱਕ ਦਬਕੇ ਦੇ ਰੂਪ 'ਚ ਅਗਲਿਆਂ ਨੇ ਹੁਣ ਇੱਕ ਦੋ ਦਿਨਾਂ 'ਚ ਕੋਈ ਵਿਚਾਲਾ ਪਾ ਕੇ ਕਹਿ ਦੂ ਵੀ ਅੱਗੇ ਤੋਂ ਮੈਂ ਬੋਲਦਾ ਨਹੀਂ। ਇਹੀ ਗੱਲ ਬਾਕੀ ਲੀਡਰਾਂ ਬਾਰੇ ਹੈ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਆਪ ਦੇ ਨੇ, ਤੇ ਚਾਹੇ ਉਹ ਬਾਦਲ ਦਲ ਦੇ ਨੇ, ਤੇ ਚਾਹੇ ਕਿਸੇ ਹੋਰ ਜਮਾਤ ਦੇ ਨੇ। ਇਹ ਸਾਰੇ ਦੇ ਸਾਰੇ ਵਿਕੇ ਹੋਏ ਨੇ, ਇਹਨਾਂ ਸਾਰਿਆਂ ਨੇ ਨੋਟ ਛਾਪੇ ਹੋਏ ਨੇ, ਇਹਨਾਂ ਸਾਰਿਆਂ ਦੀਆਂ ਪਤਾ ਨਹੀਂ ਕਿਹੜੀਆਂ ਗੜਬੜਾਂ ਅਗਲੇ ਦੱਬੀ ਫਿਰਦੇ ਨੇ ਏਜੰਸੀਆਂ ਜਿਹੜੀਆਂ ਨੇ ਮੁਲਕ ਦੀਆਂ। ਤੇ ਇਹਨਾਂ ਸਾਰਿਆਂ ਤੋਂ ਜੇ ਕੋਈ ਸੋਚੇ ਕਿ ਇਹ ਪੰਥ ਲਈ ਜਾਂ ਪੰਜਾਬ ਲਈ, ਇਹ ਪੰਥ ਲਈ ਤਾਂ ਕੀ ਹੈ, ਪੰਜਾਬ ਲਈ ਵੀ ਨਹੀਂ ਕੁਝ ਕਰ ਸਕਦਾ, ਨਹੀਂ ਕਰ ਸਕਦਾ। ਸੋ ਜਿਸ ਕੌਮ ਦੇ, ਜਿਸ ਖਿੱਤੇ ਦੇ, ਜਿਸ ਪੰਜਾਬ ਦੇ, ਜਿਸ ਪੰਥ ਦੇ ਆਗੂ ਨੁਮਾਇੰਦੇ ਭਾਰਤ ਮਾਤਾ ਕੋਲੇ ਵਿਕੇ ਹੋਏ ਨੇ, ਉਹਦੇ ਤੋਂ ਆਪਾਂ ਇਹ ਆਸ ਕਰੀਏ ਇਸ ਲੀਡਰਸ਼ਿਪ ਤੋਂ, ਸਾਡੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਤੋਂ, ਕਿ ਇਹ ਸਾਡੇ ਕੋਈ ਮਸਲੇ ਹੱਲ ਕਰਵਾ ਦੇਣਗੇ। ਇਹ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਜੂ, ਜਾਂ ਸਾਡਾ ਜੀ ਆਹ ਤੇ ਉਹ, ਇਹ ਬਿਲਕੁਲ ਝੂਠੀਆਂ ਗੱਲਾਂ। ਸੱਚਾਈ ਨੂੰ ਮੰਨੀਏ ਕਿ ਇਸ ਮੌਕੇ ਜਿਹੜੇ ਆਗੂ ਸਾਡੇ ਪੰਥ ਨੂੰ ਜਾਂ ਪੰਜਾਬ ਨੂੰ ਧੂਹੀ ਫਿਰਦੇ ਨੇ, ਇਹ ਕੋਈ ਕੁਦਰਤੀ ਆਗੂ ਨਹੀਂ ਹੈਗੇ। ਕੁਦਰਤੀ ਆਗੂ ਜਿਹੜਾ, ਉਹਦੇ ਕੋਲ ਸਿੱਖੀ ਤਾਂ ਹੋ ਸਕਦੀ ਹੈ, ਪਰ ਉਹਦੇ ਕੋਲੇ ਆ ਜਿਹੜਾ ਲਈ ਫਿਰਦੇ ਆ ਸਿਸਟਮ, ਇਹ ਨਹੀਂ ਹੁੰਦਾ। ਸਪਸ਼ਟ ਤੌਰ ਦੇ ਉੱਤੇ ਖਾਲਸਾਈ ਸਿਧਾਂਤ ਉੱਤੇ ਪਹਿਰਾ ਦੇਣ ਵਾਲਾ, ਸਪਸ਼ਟ ਤੌਰ ਦੇ ਉੱਤੇ ਖਾਲਿਸਤਾਨ ਦੀ ਗੱਲ ਕਰਨ ਵਾਲਾ, ਜਿਹਨੂੰ ਆਰਐਸਐਸ ਵਾਲੇ ਵੀ, ਬੀਜੇਪੀ ਵਾਲੇ ਵੀ, ਕਾਂਗਰਸ ਵਾਲੇ ਵੀ, ਕਾਮਰੇਡ ਵੀ ਚੰਗਾ ਨਾ ਮੰਨਣ ਵੀ ਇਹ ਤਾਂ ਧਰਮ ਦੀ ਗੱਲ ਕਰਦਾ, ਉਹੀ ਸਾਡਾ ਆਗੂ ਹੋ ਸਕਦਾ। ਤੇ ਹੋ ਸਕਦਾ ਉਹਦੇ ਕੋਲੇ ਬੱਸ ਚੜ੍ਹਨ ਜੋਗਾ ਕਿਰਾਇਆ ਵੀ ਨਾ ਹੋਵੇ, ਹੋ ਸਕਦਾ ਉਹਦੇ ਕੋਲੇ ਸਾਈਕਲ ਲੈਣ ਜੋਗੇ ਵੀ ਪੈਸੇ ਨਾ ਹੋਣ। ਇਸ ਤਰੀਕੇ ਦੇ ਆਗੂ ਸਾਡੇ ਕੌਮ ਨੂੰ ਤਾਰ ਸਕਦੇ। ਅਦਰਵਾਈਜ਼ ਜਿਵੇਂ ਅੱਜ ਖਵਾਜਾ ਆਸਫ ਜਿਹੜਾ ਪਾਕਿਸਤਾਨ ਦਾ ਰੱਖਿਆ ਮੰਤਰੀ ਆ, ਉਹਨੇ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦਿੱਤਾ, ਇੰਡੀਆ ਨੇ ਬੜਾ ਅਖਬਾਰਾਂ ਨੇ ਛਾਪਿਆ ਕਿ ਅਮਰੀਕਾ ਨੇ ਸਾਨੂੰ ਟਾਇਲਟ ਪੇਪਰ ਵਾਂਗ ਵਰਤਿਆ। ਹੁਣ ਕੀ ਤੁਸੀਂ ਸੋਚ ਸਕਦੇ ਹੋ ਕਿ ਭਾਰਤ ਦਾ ਕੋਈ ਲੀਡਰ ਇਹ ਗੱਲ ਕਹਿ ਦੇਵੇ ਕਿ ਸਾਨੂੰ ਤਾਂ ਅਮਰੀਕਾ ਵਾਲੇ ਟਰੰਪ ਹੋਣੀ ਵਰਤ ਇਹਨਾਂ ਨੂੰ ਵੀ ਰਹੇ ਨੇ ਆਪਦੇ ਸਵਾਰਥਾਂ ਲਈ। ਇਹ ਨਾ ਰੂਸ ਬਾਰੇ ਕਹਿ ਸਕਦੇ ਆ ਇੰਡੀਆ ਦੇ ਲੀਡਰ। ਮੈਂ ਕਹਿੰਦਾ ਫੇਰ ਚੰਗਾ ਖਵਾਜਾ ਆਸਫ ਉਹਨੇ ਕਹਿ ਤਾਂ ਦਿੱਤਾ, ਇਹਨਾਂ 'ਚ ਹੈਗੀ ਜ਼ਰੂਰਤ ਤੇ ਕਹਿ ਦੇਣ ਕਿ ਰੂਸ ਸਾਨੂੰ ਨੈਪਕਿਨ ਪੇਪਰ ਵਾਂਗੂ ਵਰਤ ਗਿਆ ਜਾਂ ਅਮਰੀਕਾ ਸਾਨੂੰ ਟਾਇਲਟ ਪੇਪਰ ਹੀ ਸਮਝਦਾ। ਜਿਵੇਂ ਇਹ ਭਾਰਤ ਦੀ ਲੀਡਰਸ਼ਿਪ ਨਹੀਂ ਕਹਿਣ ਜੋਗੀ, ਉਵੇਂ ਪੰਥ ਅਤੇ ਪੰਜਾਬ ਦੀ ਆਹ ਲੀਡਰਸ਼ਿਪ ਜਿਹੜੀ ਵਾਕਿਆ ਹੀ ਵਰਤੀ ਜਾ ਰਹੀ ਆ ਪੰਥ ਅਤੇ ਪੰਜਾਬ ਦੇ ਖਿਲਾਫ, ਇਹਦੇ ਤੋਂ ਵੀ ਇਹ ਹਿੰਮਤ, ਇਹ ਜੁਰਤ ਨਹੀਂ ਹੈਗੀ ਕਿ ਕਹਿ ਸਕਣ ਕਿ ਜੀ ਸਾਨੂੰ ਤਾਂ ਬੀਜੇਪੀ ਜਾਂ ਭਾਰਤੀ ਨਿਜ਼ਾਮ ਪੰਥ ਅਤੇ ਪੰਜਾਬ ਦੇ ਖਿਲਾਫ ਵਰਤ ਰਿਹਾ ਤੇ ਵਰਤੇ ਜਾ ਰਹੇ ਨੇ। ਗੱਲ ਇਹ ਨਹੀਂ
ਕਿ ਇਹ ਵਰਤੇ ਗਏ ਤੇ ਪੰਜਾਬ ਦਾ ਬੇੜਾ ਗਰਕ ਹੋ ਗਿਆ। ਗੱਲ ਇਹ ਵੀ ਨਹੀਂ ਕਿ ਸਾਡੀ ਕੌਮ ਦੇ ਉੱਤੇ ਮਾੜੇ ਦਿਨ ਆ ਗਏ। ਗੱਲ ਇਹ ਆ ਕਿ ਆਪਾਂ ਇੱਕ ਇੱਕ ਸਿੱਖ ਆਪਦੀ ਜ਼ਿੰਮੇਵਾਰੀ ਨਿਭਾ ਰਿਹਾ ਕਿ ਨਹੀਂ। ਜ਼ਿੰਮੇਵਾਰੀ ਇੰਨੀ ਕੀ ਆ ਕਿ ਸੱਚ ਨੂੰ ਪਛਾਣਨਾ ਤੇ ਸਹੀ ਗੱਲ ਦਾ ਸਾਥ ਦੇਣਾ, ਸਹੀ ਗੱਲ ਵੱਲ ਖੜਨਾ। ਪਰ ਸਾਡੇ ਵਿੱਚ ਜਿਹੜੇ ਨੁਕਸ ਆਲੇ ਦੁਆਲਿਓਂ ਆ ਰਹੇ ਨੇ ਜਾਂ ਆ ਚੁੱਕੇ ਨੇ, ਉਹਨਾਂ ਨੂੰ ਦੇਖਦਿਆਂ ਹੋਇਆਂ ਸਾਨੂੰ ਇਸ ਗੱਲ ਦੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਸਹੀ ਦੀ ਚੋਣ ਕਰਦਿਆਂ ਵੀ ਕਿਤੇ ਟਪਲਾ ਨਾ ਖਾ ਜਾਈਏ। ਬਹੁਤ ਹਾਲਾਤ ਮਾੜੇ ਨੇ। 18ਵੀਂ ਸਦੀ ਵਿੱਚ ਦੁਸ਼ਮਣ ਸਿੱਧਾ ਦਿਖਦਾ ਸੀ। ਅੱਜ ਦਾ ਦੁਸ਼ਮਣ ਤਾਂ ਤੁਹਾਨੂੰ ਜੱਫੀ ਪਾਈ ਫਿਰਦਾ ਵੀ ਤੂੰ ਤਾਂ ਮੇਰਾ ਭਰਾ ਵਾ, ਤੁਹਾਨੂੰ ਹੜੱਪਣ ਨੂੰ ਫਿਰਦਾ। ਦੂਜੇ ਕੁ ਦਿਨ ਮੋਹਨ ਭਾਗਵਤ ਕਿਸੇ ਟੇਢੇ ਮੇਢੇ ਤਰੀਕੇ ਨਾਲ ਬੜੇ ਖੂਬਸੂਰਤ ਸ਼ਬਦਾਂ 'ਚ ਗੱਲਾਂ ਕਹਿੰਦਾ। ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਯੂਨੀਵਰਸਿਟੀਆਂ ਦੇ ਵੀਸੀ ਤੇ ਹੋਰ ਵੱਡੇ ਵੱਡੇ ਜਿਹੜੇ ਸਾਡੀ ਕੌਮ ਦੇ ਵਿੱਚ ਮੰਨੇ ਪ੍ਰਮੰਨੇ ਲੋਕ ਨੇ, ਉਹ ਕਹਿੰਦੇ ਆ ਕਿ ਕਿਆ ਕਮਾਲ ਕੀਤੀ ਹੈ ਜੀ ਮੋਹਨ ਭਾਗਵਤ ਨੇ। ਉਹਨੇ ਤਾਂ ਏਕਤਾ, ਇਤਫਾਕ, ਸ਼ਾਂਤੀ, ਪਿਆਰ ਸਾਫ਼ ਕਿਹਾ ਜੀ ਉਹਨੇ ਤਾਂ ਕਿ ਸਿੱਖਾਂ ਦੇ ਸਾਡੇ ਨਾਲੋਂ ਬੜੇ ਵਖਰੇਵੇਂ ਨੇ। ਉਹ ਆਸਥਾ ਦੇ ਮਾਮਲੇ 'ਚ, ਉਹਨਾਂ ਦੀ ਰਹਿਤ ਦੇ ਮਾਮਲੇ 'ਚ, ਹੋਰ ਕਈ ਮਾਮਲਿਆਂ 'ਚ ਸਾਤੋਂ ਵੱਖਰੇ ਨੇ, ਪਰ ਹੈ ਤਾਂ ਉਹ ਹਿੰਦੂ ਪਰਿਵਾਰ ਦਾ ਹੀ ਇੱਕ ਅੰਗ ਨੇ। ਸਿੱਖਾਂ ਨੂੰ ਹਿੰਦੂ ਕਹਿਣ ਵਾਲੀ ਗੰਦੀ ਗਾਲ ਕੱਢਣ ਦੇ ਬਾਅਦ ਉਦੋਂ ਪਹਿਲਾਂ ਵਾਲੀਆਂ ਜਿਹੜੀਆਂ 30 ਚੰਗੀਆਂ ਗੱਲਾਂ ਨੇ ਉਹ ਚੇਤੇ ਰੱਖ ਲੈਂਦੇ ਆ ਸਾਡੇ ਵਿਦਵਾਨ, ਤੇ ਇਹ ਨਹੀਂ ਸਮਝਦੇ ਕਿ ਉਹ ਕਹਿ ਕੀ ਰਿਹਾ। ਤੇ ਜਦੋਂ ਕੋਈ ਸਿੱਖ ਵਿਰੋਧ ਕਰਦਾ ਉਹਨੂੰ ਕਹਿੰਦੇ ਇਹ ਐਵੇਂ ਹੀ ਟੱਪਦਾ ਰਹਿੰਦਾ, ਇਹ ਐਵੇਂ ਹੀ ਕਲਪਦਾ ਰਹਿੰਦਾ ਹੈਗਾ। ਇੰਨੀਆਂ ਵਧੀਆ ਗੱਲਾਂ ਕੀਤੀਆਂ ਨੇ। ਐਵੇਂ ਹੀ ਮੋਦੀ ਦੀਆਂ, ਅਮਿਤ ਸ਼ਾਹ ਦੀਆਂ ਤੇ ਹੋਰਾਂ ਦੀਆਂ ਵਧੀਆ ਵਧੀਆ ਗੱਲਾਂ ਸੁਣ ਕੇ ਜਿਹੜੇ ਚੌੜੇ ਹੋਏ ਫਿਰਦੇ ਰਹਿੰਦੇ ਆ। ਇਹਨਾਂ ਨੂੰ ਸਮਝ ਹੀ ਨਹੀਂ ਹੈ ਕਿ ਅਸਲ ਵਿੱਚ ਜਿਵੇਂ ਬਗਲਾ ਖੜਾ ਹੁੰਦਾ ਨਾ ਇੱਕ ਲੱਤ ਦੇ ਭਾਰ ਡੱਡ ਨੂੰ ਫੜਨ ਲਈ, ਤੇ ਉਹ ਕੋਈ ਭਗਤੀ ਨਹੀਂ ਕਰ ਰਿਹਾ ਹੁੰਦਾ। ਇਸ ਮੌਕੇ ਚਾਹੇ ਸਿੱਖ ਤੇ ਚਾਹੇ ਗੈਰ ਸਿੱਖ, ਬਹੁਤ ਸਾਰੇ ਇਹੋ ਜਿਹੇ ਚਿਹਰੇ ਆ ਜਿਹੜੇ ਤੁਹਾਡੇ ਧਰਮ, ਤੁਹਾਡੀ ਕੌਮ, ਤੁਹਾਡੇ ਪੰਥ ਤੇ ਪੰਜਾਬ ਦੇ ਦੁਸ਼ਮਣ ਨੇ, ਪਰ ਲੱਗਦਾ ਇਉਂ ਆ ਜਿਵੇਂ ਉਹ ਮਿੱਤਰ ਹੋਣ। ਸੁਚੇਤ ਹੋਣ ਦੀ ਲੋੜ ਆ। ਸ਼ੁਕਰ ਆ ਕਿ ਅੱਜ ਇੱਕ ਲਲਕਾਰ ਕੇ ਕਹਿਣ ਜੋਗਾ ਆ ਗਿਆ, ਪਰ ਇਹ ਸਮਝੋ ਕਿ ਕਿੱਡਾ ਫਰਕ ਪੈ ਚੁੱਕਿਆ। ਇੱਕ ਵੇਲਾ ਉਹ ਸੀ ਜਦੋਂ ਚੀਕਾਂ ਮਾਰਦੇ ਹੁੰਦੇ ਸੀ ਮੈਨੂੰ ਆਰਐਸਐਸ ਦਾ ਏਜੰਟ ਕਿਹਾ, ਤੇ ਅਗਲੇ ਹੁਣ ਸ਼ਰੇਆਮ ਆਪਦੀਆਂ ਕਰਤੂਤਾਂ ਨਾਲ ਸ਼ਰੇਆਮ ਦੱਸਣ ਜੋਗੇ ਹੋ ਗਏ। ਇਹ ਬੀਜੇਪੀ ਤੇ ਬਾਦਲ ਦਲ ਨਾਲ। ਤੇ ਇਹ ਨਾ ਸਮਝੋ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ। ਪਿੱਛੇ ਜੇ ਜਦੋਂ ਕਾਲੇ ਕਾਨੂੰਨਾਂ ਦਾ ਰੌਲਾ ਪਿਆ, ਉਦੋਂ ਵੱਡੇ ਬਾਦਲ ਨੇ, ਹਰਸਿਮਰਤ ਕੌਰ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਗੱਜ ਵੱਜ ਕੇ ਕਿਹਾ ਕਿ ਲੋਕ ਐਵੇਂ ਬੇਵਕੂਫੀਆਂ ਮਾਰੀ ਜਾਂਦੇ ਆ, ਕਾਲੇ ਕਾਨੂੰਨ ਥੋੜੀ ਆ, ਤਾਂ ਬਹੁਤ ਵਧੀਆ ਖੇਤੀ ਕਾਨੂੰਨ ਨੇ। ਫੇਰ ਜਦੋਂ ਲੋਕ ਉਸ ਸੰਘਰਸ਼ ਨੂੰ ਸਿਖਰ ਤੇ ਲੈ ਗਏ, ਜੀ ਤੋਂ ਮੋਦੀ ਵੀ ਡਰਿਆ ਤੇ ਝੁਕਿਆ, ਉਦੋਂ ਫਿਰ ਲੋਕਾਂ ਨੂੰ ਦੇਖਿਆ ਵੋਟ ਬੈਂਕ ਦਾ ਸਾਰਾ ਹੀ ਚੱਲਿਆ। ਪੰਥ ਆਪਾਂ ਪਹਿਲਾਂ ਗਵਾਈ ਫਿਰਦੇ ਆ ਤੇ ਕਿਸਾਨੀ ਵੀ ਚੱਲੀ। ਫੇਰ ਲੋਕਾਂ ਨੂੰ ਜਚਾਉਣ ਤੁਰ ਪਏ, ਪਰ ਲੋਕਾਂ ਨੇ ਠੱਗੀ ਫੜ ਲਈ। ਜਿੱਦਣ ਅਮਿਤ ਸ਼ਾਹ ਕੋਲ ਦੀ ਲੰਘਿਆ ਜਾਂਦਾ ਸੀ, ਉੱਥੇ ਬੋਰਡ 'ਚ ਚੱਕੀ ਖੜੇ ਸੀ ਪਾਰਲੀਮੈਂਟ ਕੋਲੇ, ਸੁਖਬੀਰ ਨੇ ਛੇਤੀ ਦੇਣੇ ਉਹ ਤਖਤੀ ਜੀ ਲਕੋ ਲਈ। ਤੋ ਇਸ ਗੱਲ ਦੇ ਵਿੱਚ ਕੀ ਆ ਅਸਲੀ, ਕਿ ਨਾਲੇ ਤਾਂ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਬੜੇ ਖਾਸ ਮਖਾਸ ਆ, ਨਾਲੇ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਸੁਨੇਹੇ ਲਾਉਂਦੇ ਆ। ਤੇ ਜਦੋਂ ਇਹ ਕਹਿ ਰਹੇ ਸੀ, ਅੱਜ ਵੀ ਕਈ ਲੋਕ ਕਹਿ ਰਹੇ ਆ ਵੀ ਏਕਤਾ, ਆ ਜਿਹੜਾ ਨਸ਼ਿਆਂ ਵਿਰੁੱਧ ਯਾਤਰਾ ਪੰਜਾਬ ਦੇ ਗਵਰਨਰ ਕਟਾਰੀਆ ਨੇ, ਗੁਲਾਬ ਚੰਦ ਕਟਾਰੀਆ ਨੇ ਸ਼ੁਰੂ ਕੀਤੀ ਹੈ, ਉਹਦੇ ਬਾਰੇ ਕਾਂਗਰਸ ਵਾਲੇ ਵੀ ਕਹਿਣ ਲੱਗੇ ਹੋਏ ਨੇ ਇਹ ਤਾਂ ਸਮਝੌਤਾ ਐਕਸਪ੍ਰੈਸ ਆ। ਤੇ ਬਾਬਾ ਬਿਆਸ ਵਾਲਾ ਲੈ ਗਿਆ ਉੱਥੇ ਬਾਦਲ ਵਾਲਿਆਂ ਨੂੰ, ਸੁਖਬੀਰ ਹੋਣਾ ਨੂੰ, ਤੇ ਉੱਥੇ ਬੀਜੇਪੀ ਤਾਂ ਚਲੋ ਸੀਗੀ ਹੋਈ। ਹੁਣ ਇਹਨੂੰ ਸਮਝੌਤਾ ਐਕਸਪ੍ਰੈਸ ਕਿਹਾ ਜਾ ਰਿਹਾ। ਜਿਹੜੇ ਲੋਕ ਬਾਦਲ ਕਿਆਂ ਤੋਂ ਟੁੱਟ ਕੇ, ਚਾਹੇ ਬਾਬਾ ਧੁੰਮਾ ਹੈ, ਚਾਹੇ ਉਹ ਮਨਜਿੰਦਰ ਸਿੰਘ ਸਰਸਾ, ਤੇ ਚਾਹੇ ਬਾਬਾ ਦਾਦੂਵਾਲ, ਚਾਹੇ ਹੋਰ ਬਹੁਤ ਆਗੂ ਨੇ, ਇਹ ਸਾਰੇ ਕਹਿੰਦੇ ਆ ਵੀ ਬੀਜੇਪੀ ਵਾਲਿਓ ਅਸੀਂ ਤੁਹਾਡੇ ਨਾਲ ਆ ਗਏ, ਹੁਣ ਭੁੱਲ ਕੇ ਵੀ ਕਦੇ ਬਾਦਲ ਕਿਆਂ ਨੂੰ ਨੇੜੇ ਨਾ ਲਾ ਲਿਓ, ਅਸੀਂ ਉਹਨਾਂ ਤੋਂ ਦੁਖੀ ਹੋ ਕੇ ਤੁਹਾਡੇ ਵੱਲ ਆਏ।
ਤੇ ਜਦੋਂ ਹੀ ਬਾਦਲ ਦਲ ਵਾਲਿਆਂ ਦੀਆਂ ਕਰਤੂਤਾਂ ਗਣਾਉਣ ਲੱਗ ਜਾਂਦੇ ਆ ਬੀਜੇਪੀ ਵਾਲੇ ਵੀ ਸਾਨੂੰ ਕਿਤੇ ਭੁੱਲ ਗਿਆ। ਜਿੱਦਣ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਸੀ ਉਦਣ ਕਹਿੰਦੇ ਸੀ ਬੀਬੀ ਜਗੀਰ ਕੌਰ ਮਗਰ ਆਰਐਸਐਸ ਖੜੀ ਆ, ਬੀਜੇਪੀ ਖੜੀ ਆ। ਅਸੀਂ ਕਿਤੇ ਭੁੱਲ ਸਕਦੇ ਆ ਜਿੱਦਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਹੋਇਆ ਸੀ ਉਦਣ ਇਹੀ ਬਾਦਲ ਦਲ ਵਾਲੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਸੀ ਬਈ ਇਹ ਦਿੱਲੀ 1984 ਦੇ ਵਿੱਚ ਜੋ ਸਿੱਖਾਂ ਤੇ ਹਮਲਾ ਹੋਇਆ ਉਹਦੇ ਨਾਲੋਂ ਵੀ ਖਤਰਨਾਕ ਹਮਲਾ, ਕਾਂਗਰਸ ਨਾਲੋਂ ਵੀ ਮਾੜਾ ਹਮਲਾ ਬੀਜੇਪੀ ਦਾ। ਅਸੀਂ ਕਿਤੇ ਭੁੱਲ ਸਕਦੇ ਆ ਵੀ ਇਹ ਕਹਿੰਦੇ ਸੀਗੇ ਵੀ ਤਖਤ ਸ੍ਰੀ ਹਜੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਇਹ ਸਾਡੇ ਖੋਹ ਕੇ ਲੈ ਗਏ, ਟਕਸਾਲ ਖੋਹ ਕੇ ਲੈ ਗਏ। ਅਸੀਂ ਕਿਤੇ ਭੁੱਲ ਸਕਦੇ ਆ ਵੀ ਇਹ ਕਹਿੰਦੇ ਸੀ ਸਾਡੇ ਅਦਾਰਿਆਂ ਤੇ ਕਬਜ਼ਾ ਕਰ ਲਿਆ। ਤੇ ਅਸੀਂ ਕਦੇ ਵੀ ਬਾਦਲ ਦਲ ਨਾਲ ਸਮਝੌਤਾ ਨਹੀਂ ਕਰਾਂਗੇ, ਤੁਸੀਂ ਨਿਸ਼ਚਿੰਤ ਰਹੋ। ਪਰ ਇਹ ਗੱਲ ਚੇਤੇ ਰੱਖੋ, ਸਵਾਰਥਾਂ ਦੀ ਖੇਡ ਚੱਲ ਰਹੀ ਹੈ। ਕਿਸੇ ਨੂੰ ਪੰਥ ਦਾ, ਕਿਸੇ ਨੂੰ ਪੰਜਾਬ ਦਾ, ਕਿਸੇ ਨੂੰ ਅਣਖ ਗੈਰਤ ਦਾ ਨਹੀਂ ਹੈਗਾ। ਇਹ ਲੋਕ ਇਕੱਠੇ ਹੋਣਗੇ, ਪੰਜਾਬ ਤੇ ਪੰਥ ਨੂੰ ਪੂਰੀ ਤਰ੍ਹਾਂ ਰੋਲਣਗੇ। ਆਪਾਂ ਸਾਰਿਆਂ ਨੇ ਸੁਚੇਤ ਰਹਿਣਾ। ਗੁਰਬਾਣੀ ਵੀ ਇਹੀ ਹੁਕਮ ਦਿੰਦੀ ਆ ਕਿ ਉਹ ਜਿਹੜਾ ਜਾਗਦਾ ਰਹਿੰਦਾ ਉਹ ਆਪਣੀ ਵਸਤੂ ਸਾਬਤ ਲੈ ਲੈਂਦਾ। ਜਾਗਦਿਆਂ ਦੀਆਂ ਕੱਟੀਆਂ ਹੁੰਦੀਆਂ ਤੇ ਸੁੱਤਿਆਂ ਦੇ ਕੱਟੇ ਹੁੰਦੇ ਆ। ਆਓ ਆਪਣੇ ਧਰਮ, ਆਪਣੀ ਕੌਮ, ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਉਹਨਾਂ ਅਲਾਮਤਾਂ ਨੂੰ, ਉਹਨਾਂ ਦੁਸ਼ਮਣਾਂ ਨੂੰ ਪਛਾਣੀਏ ਜਿਹੜੇ ਸਾਡੇ ਸਿੱਖੀ ਦਾ ਭੋਗ ਪਾਉਣ ਲਈ ਬਹੁਤ ਹਰਬੇ ਵਰਤ ਰਹੇ ਨੇ। ਗੱਲਾਂ ਸਿੱਧ ਪੱਧਰੀਆਂ ਨੇ, ਕੋਈ ਅਲਜਬਰਾ ਨਹੀਂ। ਆਪਾਂ ਆਪਦੀਆਂ ਅੱਖਾਂ ਖੁੱਲੀਆਂ ਰੱਖੀਏ, ਦਿਖਦਾ ਸਾਰਾ ਕੁਝ ਹੀ ਆ। ਤੇ ਅਸਲੀ ਜਿਹੜੇ ਸਾਡੇ ਕੁਦਰਤੀ ਆਗੂ ਆ, ਜਿਹੜੇ ਸਿੱਖ ਕੌਮ ਦੇ ਸਿਧਾਂਤਾਂ ਨੂੰ ਪ੍ਰਣਾਏ ਆਗੂ ਆ, ਉਹਨਾਂ ਨੂੰ ਸਲਾਮ ਕਰੀਏ। ਸਮਾਪਤੀ ਕਰਦੇ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।